तू ही 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 तू ही। ਜੋ ਕਿ ਸ਼ੇਰੇ ਪੰਜਾਬ ਕੰਪਲੈਕਸ ਫਰਾਂਸ ਵਿੱਚ ਹੈ, ਜੋ ਤੂੰ ਹੀ ਤੂੰ ਦਾ ਪ੍ਰੋਗਰਾਮ ਆਪ ਜੀ ਹਰ ਵੀਕ 'ਤੇ ਦੇਖਦੇ ਹੋ। ਉਸੇ ਦੀ ਇਹ ਕੜੀ ਵਿੱਚੋਂ ਅੱਜ ਆਪ ਜੀ ਲਈ ਆਪਾਂ ਰਲ ਮਿਲ ਕੇ ਵਿਚਾਰਾ ਕਰਾਂਗੇ। ਉਹ ਸ਼ਬਦ ਦੇ ਉੱਤੇ ਅਸੀਂ ਪਿਛਲੇ ਹਫ਼ਤੇ ਵੀ ਵਿਚਾਰ ਕੀਤੀ ਸੀ, ਜੋ ਧਰਮ ਦਾ ਸ਼ਬਦ ਹੈ, ਕਿਉਂਕਿ ਧਰਮ ਦੇ ਨਾਂ ਦੇ ਉੱਤੇ ਅੱਜ ਸਾਡੇ ਸੰਸਾਰ ਦੇ ਵਿੱਚ, ਸਾਰੀ ਦੁਨੀਆ ਦੇ ਵਿੱਚ ਬਹੁਤ ਕੁਛ ਚੰਗਾ ਜਿੱਥੇ ਹੋ ਰਿਹਾ ਹੈ, ਉਸ ਦੇ ਨਾਲ ਹੀ ਬਹੁਤ ਕੁਛ ਮਾੜਾ ਵੀ ਹੋ ਰਿਹਾ ਹੈ। ਧਰਮ ਦੇ ਨਾਂ ਦੇ ਉੱਤੇ, ਧਰਮ ਦੇ ਨਾਂ ਦੇ ਉੱਤੇ ਵੰਡੀਆਂ ਪਾਈਆਂ ਜਾਂਦੀਆਂ, ਕਤਲੇਆਮ ਵੀ ਹੋ ਰਿਹਾ। ਅਤੇ ਜਿਹੜੇ ਉਹਦੇ ਵਿੱਚੋਂ ਕੋਈ ਜਿਨ੍ਹਾਂ ਨੇ ਧਰਮ ਦੀ ਸੋਝੀ ਲੈ ਲਈ, ਜਿਨ੍ਹਾਂ ਨੂੰ ਧਰਮ ਦਾ ਪਤਾ ਲੱਗ ਗਿਆ, ਉਹ ਆਪਣਾ ਜਨਮ ਸਫਲਾ ਕਰਨ ਵਾਸਤੇ ਵੀ ਜਿਹੜਾ ਉਹ ਵੀ ਉਪਰਾਲੇ ਕਰਦੇ ਪਏ ਆ। ਅਤੇ ਆਪਾਂ ਵੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਹ ਧਰਮ ਦਾ ਸ਼ਬਦ ਹੈ, ਅਸਲ ਵਿੱਚ ਧਰਮ ਹੈ ਕੀ ਆ, ਕਿਸ ਚੀਜ਼ ਨੂੰ ਧਰਮ ਕਿਹਾ ਜਾਂਦਾ ਆ, ਅਤੇ ਅਸੀਂ ਕਿਹੜੇ ਤਰੀਕੇ ਨਾਲ ਆਪਣਾ ਜਨਮ ਸਫਲਾ ਕਰਨ ਵਾਸਤੇ ਇਸ ਜਿਹੜਾ ਸ਼ਬਦ ਹੈ ਇਹਦਾ ਆਸਰਾ ਲੈ ਸਕਦੇ ਹਾਂ, ਜਾਂ ਉਹਦੇ ਵਿੱਚ ਆਪਣਾ ਧਰਮ ਜਿਹੜਾ ਹੈ ਚੰਗਾ ਕਮਾ ਸਕਦੇ ਹਾਂ। ਪਿਛਲੇ ਹਫ਼ਤੇ 1 ਘੰਟਾ ਲਗਾਤਾਰ ਇਸੇ ਵਿਸ਼ੇ ਦੇ ਉੱਤੇ ਇਹ ਬਹੁਤ ਵਿਚਾਰਾਂ ਹੋਈਆਂ ਕਿ ਜਿਹੜੇ ਸਾਡੇ ਸਤਿਯੁਗ ਤੋਂ ਲਾ ਕੇ ਹੁਣ ਤੱਕ ਬਹੁਤ ਸਾਰੇ ਪੀਰ ਪੈਗੰਬਰ ਔਲੀਏ ਗੁਰੂ ਸਾਹਿਬਾਨ ਹੋਏ ਹਨ, ਜਿਨ੍ਹਾਂ ਨੇ ਆਪਣੇ ਤਰੀਕੇ ਨਾਲ ਆਪਣਾ ਧਰਮ ਕਮਾ ਕੇ ਸਾਨੂੰ ਦੱਸਿਆ ਹੈ ਕਿਹੜੇ ਤਰੀਕੇ ਨਾਲ ਕੀ ਧਰਮ ਹੈ। ਉਸੇ ਲੜੀ ਨੂੰ ਅੱਗੇ ਤੋੜਦੇ ਹੋਏ ਅੱਜ ਆਪਾਂ ਵਿਚਾਰ ਕਰਾਂਗੇ। ਅਸਲ ਵਿੱਚ ਜੋ ਧਰਮ ਹੈ ਉਹ ਇੱਕ ਕਮਾਉਣ ਦੀ ਚੀਜ਼ ਹੈ ਕਿ ਕਿਹੜੇ ਤਰੀਕੇ ਨਾਲ ਧਰਮ ਨੂੰ ਕਮਾਇਆ ਜਾ ਸਕਦਾ ਹੈ। ਅਤੇ ਅਸੀਂ ਵਿਚਾਰ ਦੇ ਤਹਿਤ ਇਸ ਸਿੱਟੇ 'ਤੇ ਪਹੁੰਚੇ ਕਿ ਧਰਮ ਜਿਹੜਾ ਹੈ ਇਹ ਕਰਮ ਦੇ ਉੱਤੇ ਡਿਪੈਂਡ ਕਰਦਾ ਹੈ। ਜਿਹੋ ਜਿਹੇ ਕਿਸੇ ਦੇ ਕਰਮ ਹਨ, ਉਹਨਾਂ ਵਿੱਚੋਂ ਹੀ ਪਤਾ ਲੱਗਦਾ ਹੈ ਕਿ ਇਹਦਾ ਧਰਮ ਚੰਗਾ ਹੈ ਜਾਂ ਮਾੜਾ ਹੈ। ਕਿਉਂਕਿ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਮੌਲਵੀਆਂ ਨੇ ਇੱਕ ਸਵਾਲ ਕੀਤਾ ਸੀ ਕਿ ਹਿੰਦੂ ਧਰਮ ਚੰਗਾ ਹੈ ਜਾਂ ਮੁਸਲਮਾਨ, ਤਾਂ ਗੁਰੂ ਨਾਨਕ ਦੇਵ ਜੀ ਨੇ ਬਹੁਤ ਹੀ ਵਧੀਆ ਸ਼ਬਦਾਂ ਵਿੱਚ ਉਹਨਾਂ ਨੂੰ ਦੱਸਿਆ ਸੀ ਕਿ ਜਿਹੜਾ ਧਰਮ ਹੈ ਉਹ ਇੱਕ ਨਿਰਮਲ ਕਰਮ ਦੇ ਉੱਤੇ ਖੜ੍ਹਾ ਹੈ। ਜਿਹਦੇ ਕਰਮ ਚੰਗੇ ਆ, ਜਿਹਦੇ ਕਰਮ ਨਿਰਮਲ ਆ, ਉਹਦਾ ਹੀ ਧਰਮ ਚੰਗਾ ਹੈ। ਜਿਹਦੇ ਕਰਮ ਜਿਹੜੇ ਆ ਨਿਰਮਲ ਨਹੀਂ ਗੇ, ਉਹਦਾ ਧਰਮ ਚੰਗਾ ਨਹੀਂ, ਭਾਵੇਂ ਕੋਈ ਵੀ ਹੋਵੇ। ਅਤੇ ਆਮ ਤੌਰ 'ਤੇ ਜਦੋਂ ਕੋਈ ਵੀ ਘਟਨਾ ਵਾਪਰਦੀ ਆ ਅਤੇ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਇਹਦੇ ਪਹਿਲੇ ਕਰਮ ਜਿਹੜੇ ਆ ਇਹ ਉਹਨਾਂ ਦਾ ਫਲ ਆ। ਪਹਿਲੇ ਕਰਮ ਚੰਗੇ ਸੀ ਜਾਂ ਪਹਿਲੇ ਕਰਮ ਮਾੜੇ ਸੀ, ਉਹਨਾਂ ਦੇ ਬਿਹਾਵ 'ਤੇ ਉਸ ਬੱਚੇ ਦਾ ਜਿਹੜਾ ਜਨਮ ਕਿਹੜੇ ਘਰ ਦੇ ਵਿੱਚ ਹੋਇਆ, ਕਿਹੜੇ ਪਰਿਵਾਰ ਦੇ ਵਿੱਚ ਹੋਇਆ, ਉਹਦੇ ਪਹਿਲੇ ਪੂਰਬਲੇ ਕਰਮਾਂ ਦੇ ਹਿਸਾਬ ਦੇ ਨਾਲ ਸੀਗਾ। ਅਤੇ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੀ ਸ੍ਰਿਸ਼ਟੀ ਬਣਾਈ, ਸਾਨੂੰ ਬਣਾ ਕੇ ਦਿੱਤੀ, ਸਾਡਾ ਇੱਥੇ ਜਨਮ ਹੋਇਆ, ਸਾਨੂੰ ਜਨਮ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਕਿਰਪਾ ਦੇ ਨਾਲ ਦਿੱਤਾ। ਸੋ ਉਸ ਕਿਰਪਾ ਦੇ ਵਿੱਚੋਂ ਜਿਹੜਾ ਇਹ ਸਾਨੂੰ ਜਨਮ ਮਿਲਿਆ, ਉਹਦਾ ਜਿਹੜਾ ਮਨੋਰਥ ਆ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਦਿੱਤਾ, ਉਸ ਮਨੋਰਥ ਨੂੰ ਕਮਾਉਣਾ ਉਹ ਸਾਡਾ ਧਰਮ ਆ। ਅਤੇ ਜੇ ਅਸੀਂ ਉਸ ਮਨੋਰਥ ਵੱਲ ਧਿਆਨ ਨਹੀਂ ਦਿੰਦੇ, ਜਾਂ ਉਸ ਮਨੋਰਥ ਨੂੰ ਕਮਾਉਂਦੇ ਨਹੀਂ, ਜਾਂ ਉਸ ਮਨੋਰਥ ਵਾਸਤੇ ਕੋਈ ਸਟਰਗਲ ਨਹੀਂ ਕਰਦੇ, ਅਤੇ ਸਾਡਾ ਜਿਹੜਾ ਧਰਮ ਉਹ ਅਸੀਂ ਨਹੀਂ ਕਮਾ ਰਹੇ, ਅਸੀਂ ਆਪਣਾ ਜਿਹੜਾ ਕਰਮ ਆ ਉਹ ਸਹੀ ਨਹੀਂ ਚਲਾ ਰਹੇ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਹੜਾ ਸਾਡਾ ਹੁਣ ਦਾ ਕਰਮ ਆ, ਉਹਦੇ ਬਿਹਾਫ 'ਤੇ ਸਾਨੂੰ ਆਉਣ ਵਾਲੇ ਜਨਮ ਦੇ ਵਿੱਚ ਚੰਗਾ ਜਾਂ ਮਾੜਾ ਮਿਲਣਾ। ਗੁਰਬਾਣੀ ਦੇ ਵਿੱਚ ਸ਼ਬਦ ਜਿਹੜਾ ਆਉਂਦਾ ਕਿ ਜਿਹਾ ਲੂਣੇ ਬੀਜੇ ਸੋ ਲੂਣੇ ਕਰਮਾਂ ਸੰਦੜਾ ਖੇਤ। ਜਿਹੋ ਜਿਹਾ ਇਨਸਾਨ ਨੇ ਬੀਜਣਾ ਹੈ, ਉਹੋ ਜਿਹਾ ਇਨਸਾਨ ਨੇ ਵੱਢਣਾ ਹੈ। ਜਿਹੋ ਜਿਹੇ ਅਸੀਂ ਕਰਮ ਕਮਾਉਣੇ ਹਨ, ਉਹੋ ਜਿਹਾ ਸਾਨੂੰ ਉਹਦਾ ਫਲ ਮਿਲਣਾ ਹੈ। ਪਰ ਇੱਥੇ ਇੱਕ ਜਿਹੜੀ ਸੋਚਣ ਵਾਲੀ ਗੱਲ ਹੈ ਕਿ ਸਾਡਾ ਜਿਹੜਾ ਸਾਨੂੰ ਇਹ ਜਨਮ ਮਿਲਿਆ ਹੈ, ਇਹ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਜਨਮ ਦਿੱਤਾ ਹੈ। ਅਤੇ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਇਹ ਜਨਮ ਇੱਕ ਤੋਹਫੇ ਦੇ ਤੌਰ 'ਤੇ ਦਿੱਤਾ ਹੈ, ਇੱਕ ਕਿਰਪਾ ਕਰਕੇ, ਇੱਕ ਬਖਸ਼ਿਸ਼ ਕਰਕੇ ਸਾਨੂੰ ਦਿੱਤਾ ਹੈ। ਅਤੇ ਉਹਦਾ ਕੋਈ ਨਾ ਕੋਈ ਮਕਸਦ ਹੈ। ਅਤੇ ਉਹਦਾ ਜਿਹੜਾ ਮਕਸਦ ਹੈ, ਉਹਦਾ ਮਕਸਦ ਇਹੀ ਆ, ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਕਿ ਸਾਡੀ ਇਹ ਵਾਰੀ ਆ
ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਮਿਲਣਾ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਿਹਨੇ ਸਾਨੂੰ ਇਸ ਦੁਨੀਆ 'ਤੇ ਭੇਜਿਆ, ਤੇ ਉਸ ਵਾਹਿਗੁਰੂ ਨੂੰ, ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਵੀ ਕਾਰਜ ਕਰਨੇ ਆ ਉਹ ਸਾਡਾ ਕਰਮ ਆ, ਤੇ ਉਹੋ ਹੀ ਸਾਡਾ ਧਰਮ ਆ। ਤੇ ਜੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਵਾਸਤੇ ਕੋਈ ਕਰਮ ਨਹੀਂ ਕਰਦੇ, ਇਹਦਾ ਮਤਲਬ ਅਸੀਂ ਜਿਹੜਾ ਆਪਣਾ ਧਰਮ ਆ ਉਹ ਨਹੀਂ ਨਿਭਾ ਰਹੇ। ਪਰ ਇੱਥੇ ਇੱਕ ਗੱਲ ਹੋਰ ਵੀ ਆਪਾਂ ਪਰਖ ਸਕਦੇ ਹਾਂ, ਗੱਲ ਕਰ ਸਕਦੇ ਹਾਂ ਕਿ ਅਕਾਲ ਪੁਰਖ ਵਾਹਿਗੁਰੂ ਨੇ ਸਿਰਫ ਸਾਨੂੰ ਜਨਮ ਦੇ ਕੇ ਇੱਥੇ ਇਸ ਤਰ੍ਹਾਂ ਛੱਡ ਨਹੀਂ ਦਿੱਤਾ, ਪਰ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਨਾਲ ਜਿਹੜਾ ਵਾਅਦਾ ਕੀਤਾ ਸੀ ਉਹ ਆਪਣਾ ਵਾਅਦਾ ਨਿਭਾ ਰਿਹਾ, ਉਹ ਆਪਣਾ ਧਰਮ ਨਿਭਾ ਰਿਹਾ। ਸਾਨੂੰ ਖਾਣਾ ਪੀਣਾ, ਸੌਣਾ, ਧਰਤੀ, ਆਕਾਸ਼, ਹਵਾ, ਪਾਣੀ, ਜੋ ਕੁਛ ਵੀ ਹੈ ਅਕਾਲ ਪੁਰਖ ਵਾਹਿਗੁਰੂ ਨੇ ਉਹ ਫ੍ਰੀ ਦੇ ਵਿੱਚ ਦਿੱਤਾ ਹੈ, ਗਿਫਟ ਵਿੱਚ ਦਿੱਤਾ ਹੈ। ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਇਸ ਧਰਤੀ 'ਤੇ ਜਨਮ ਵੀ ਦਿੱਤਾ, ਅਤੇ ਜਨਮ ਦੇ ਬਾਅਦ ਜੀਵਤ ਰਹਿਣ ਵਾਸਤੇ ਸਾਰੇ ਫਲ ਫੂਲ ਫਰੂਟ ਜੋ ਕੁਛ ਵੀ ਹੈ ਉਹ ਵੀ ਸਾਨੂੰ ਦਿੱਤਾ। ਅਤੇ ਇੱਥੇ ਇੱਕ ਬਹੁਤ ਵੱਡੀ ਗੱਲ ਇਹ ਸਾਡੇ ਸਾਹਮਣੇ ਵੀ ਆਉਂਦੀ ਹੈ ਕਿ ਰੱਬ ਨੂੰ ਕੋਈ ਮੰਨੇ ਜਾਂ ਨਾ ਮੰਨੇ, ਕੋਈ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਨੂੰ ਮੰਨੇ ਜਾਂ ਨਾ ਮੰਨੇ, ਅਕਾਲ ਪੁਰਖ ਵਾਹਿਗੁਰੂ ਆਪਣਾ ਧਰਮ ਨਿਭਾ ਰਿਹਾ ਕਿ ਉਹ ਸਾਰਿਆਂ ਨੂੰ ਹੀ ਰੋਟੀ ਪਾਣੀ ਜਿਹੜਾ ਆ, ਹਵਾ ਜਿਹੜੀ ਆ, ਉਹ ਸਾਰਾ ਕੁਝ ਦੇ ਰਿਹਾ। ਅਤੇ ਜੇ ਅਕਾਲ ਪੁਰਖ ਵਾਹਿਗੁਰੂ ਆਪਣਾ ਧਰਮ ਨਿਭਾ ਰਿਹਾ, ਉਹ ਸਾਨੂੰ ਸਾਰਾ ਕੁਝ ਦੇ ਰਿਹਾ, ਅਸੀਂ ਉਹਨੂੰ ਮੰਨੀਏ ਜਾਂ ਨਾ ਮੰਨੀਏ, ਉਹਦੀ ਹੋਂਦ ਨੂੰ ਮੰਨੀਏ ਜਾਂ ਨਾ ਮੰਨੀਏ, ਪਰ ਜੇ ਅਸੀਂ ਉਹਦੇ ਵਿੱਚ ਜਿਹੜਾ ਸਾਡਾ ਧਰਮ ਆ ਉਹ ਨਹੀਂ ਨਿਭਾ ਰਹੇ, ਅਤੇ ਅਸੀਂ ਇਹਦਾ ਮਤਲਬ ਆਪਣੇ ਜਿਹੜੇ ਕਰਮ ਆ ਉਹਨਾਂ ਦਾ ਸਹੀ ਇਸਤੇਮਾਲ ਨਹੀਂ ਕਰ ਰਹੇ, ਸਹੀ ਕਰਮ ਨਹੀਂ ਕਮਾ ਰਹੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਉਹੀ ਸਾਨੂੰ ਪ੍ਰਾਪਤ ਹੋਣਾ ਹੈ ਜੋ ਅਸੀਂ ਹੁਣ ਬੀਜਣਾ ਹੈ। ਜੇ ਅਸੀਂ ਹੁਣ ਜਿਹੜਾ ਸਹੀ ਨਹੀਂ ਬੀਜਾਂਗੇ, ਜਿਹਦੀ ਲੋੜ ਆ ਆਉਣ ਵਾਲੇ ਸਮੇਂ ਦੇ ਵਿੱਚ, ਅਤੇ ਆਉਣ ਵਾਲੇ ਸਮੇਂ 'ਚ ਸਾਨੂੰ ਫਲ ਜਿਹੜਾ ਆ ਉਹ ਹੋਰ ਮਿਲੂਗਾ, ਉਹ ਨਹੀਂ ਮਿਲੂਗਾ ਜਿਹਦੀ ਸਾਨੂੰ ਆਸ ਆ। ਜਿਹੜੇ ਫਲ ਦੀ ਸਾਨੂੰ ਆਸ ਆ, ਜਿਹੜਾ ਫਲ ਅਸੀਂ ਖਾਣਾ ਚਾਹੁੰਦੇ ਹਾਂ, ਜਿਹੜੇ ਸੁੱਖ ਅਸੀਂ ਮੰਨਣਾ ਚਾਹੁੰਦੇ ਹਾਂ, ਉਹਦਾ ਬੀਜ ਸਾਨੂੰ ਆਪ ਹੁਣ ਬੀਜਣਾ ਪਊਗਾ। ਅਤੇ ਜੇ ਅਸੀਂ ਹੁਣ ਉਹ ਬੀਜ ਲਵਾਂਗੇ, ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਹੀ ਫਾਇਦਾ ਸਾਨੂੰ ਹੋਊਗਾ, ਉਹਦਾ ਹੀ ਲਾਭ ਸਾਨੂੰ ਹੋਊਗਾ। ਉਹ ਕਰਮਾਂ ਦਾ ਫਲ ਜਿਹੜੇ ਕਹਿੰਦੇ ਉਹ ਜਿਹੜਾ ਸਾਨੂੰ ਮਿਲੂਗਾ, ਅਤੇ ਉਹੀ ਜਿਹੜਾ ਆ ਚੰਗੇ ਕਰਮ ਕਰਨੇ, ਉਹੀ ਸਾਡਾ ਜਿਹੜਾ ਉਹ ਧਰਮ ਆ। ਇਹ ਧਰਮ ਹਰ ਜਗ੍ਹਾ ਦੇ ਉੱਤੇ ਆਪੋ ਆਪਣੀ ਡੈਫੀਨੇਸ਼ਨ ਲੈ ਕੇ ਆਉਂਦਾ। ਹਰ ਜਗ੍ਹਾ ਦੇ ਉੱਤੇ ਇਹਦਾ ਕਰਮ ਜਿਹੜੇ ਆ ਬਦਲ ਜਾਂਦੇ ਆ। ਇੱਕੋ ਹੀ ਕਰਮ ਜਿਹੜੇ ਆ ਉਹੀ ਨਹੀਂ ਰਹਿੰਦਾ, ਸਿਰਫ ਇੱਕੋ ਕਰਮ ਇਹ ਰਹਿੰਦਾ ਕਿ ਤੁਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਵਾਸਤੇ ਯਤਨ ਕਰਨੇ। ਪਰ ਅਸੀਂ ਜਨਮ ਤੋਂ ਲਾ ਕੇ ਅਖੀਰ ਤੱਕ ਸਾਡੇ ਜੀਵਨ ਦੇ ਵਿੱਚ ਕਈ ਸਥਿਤੀਆਂ ਆਉਂਦੀਆਂ, ਕਈ ਕੁਛ ਹੁੰਦਾ, ਪਰ ਉਹਨਾਂ ਹਾਲਾਤਾਂ ਦੇ ਵਿੱਚ ਵਿਚਰਦੇ ਹੋਏ ਉਹ ਹਾਲਾਤ ਵੱਖਰੇ ਵੱਖਰੇ ਹੁੰਦੇ ਆ। ਉਹਨਾਂ ਵੱਖਰੇ ਵੱਖਰੇ ਹਾਲਾਤਾਂ ਦੇ ਵਿੱਚ ਸਾਡਾ ਵੱਖਰਾ ਵੱਖਰਾ ਧਰਮ ਆ, ਅਤੇ ਵੱਖਰਾ ਵੱਖਰਾ ਹੀ ਸਾਡਾ ਕਰਮ ਆਉਂਦਾ ਹੈ। ਅਤੇ ਵੱਖਰਾ ਵੱਖਰੇ ਕਰਮ ਜਦੋਂ ਆਉਂਦਾ ਹੈ, ਉਹ ਸਮੇਂ ਦੇ ਹਿਸਾਬ ਦੇ ਨਾਲ ਸਾਨੂੰ ਉਹੀ ਕਰਮ ਕਮਾਉਣਾ ਪੈਂਦਾ ਜਿਹੜਾ ਉਸ ਸਮੇਂ ਦੇ ਨਾਲ, ਸਾਡੀ ਉਮਰ ਦੇ ਨਾਲ ਸਾਨੂੰ ਢੁਕਦਾ ਹੈ, ਸਾਨੂੰ ਲਾਭ ਦਿੰਦਾ ਹੈ, ਸਾਨੂੰ ਫਾਇਦਾ ਦਿੰਦਾ ਹੈ, ਜਾਂ ਫਾਇਦਾ ਦੇ ਸਕਦਾ। ਪਰ ਜੇ ਅਸੀਂ ਉਸ ਸਮੇਂ ਦੇ ਹਿਸਾਬ ਨਾਲ ਉਹ ਕਰਮ ਨੂੰ ਨਹੀਂ ਨਿਭਾਵਾਂਗੇ, ਅਸੀਂ ਨਹੀਂ ਉਸ ਚੀਜ਼ ਨੂੰ ਦੇਖਾਂਗੇ, ਅਤੇ ਜਿਹੜਾ ਸਾਡਾ ਬੀਜਿਆ ਆ ਉਹ ਨਿਫਲ ਵੀ ਹੋ ਸਕਦਾ, ਉਹ ਤੋਂ ਸਾਨੂੰ ਨੁਕਸਾਨ ਵੀ ਹੋ ਸਕਦਾ। ਉਹ ਜਿਹੜਾ ਚੀਜ਼ ਆ ਉਹ ਧਰਮ ਕਮਾਉਣ ਵਾਲੀ ਚੀਜ਼ ਆ। ਪਰ ਸਾਡੇ ਸਮਾਜ ਦੇ ਵਿੱਚ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੇ ਬੜੀ ਬੜੀਆਂ ਦੁਕਾਨਾਂ ਖੋਲ੍ਹੀਆਂ, ਬੜੇ ਬੜੇ ਆਪਣੇ ਡੇਰੇ ਬਣਾਏ ਆ, ਅਤੇ ਲੋਕਾਂ ਨੂੰ ਅਸਲ ਵਿੱਚ ਤਾਂ ਉਹ ਦੱਸਦੇ ਨਹੀਂ ਵੀ ਤੁਹਾਡਾ ਧਰਮ ਕੀ ਆ, ਜਿਹੜੀ ਤੁਸੀਂ ਕਮਾਉਣੀ ਆ, ਤੁਹਾਡਾ ਕਰਮ ਕੀ ਆ ਜੋ ਤੁਸੀਂ ਕਮਾਉਣਾ। ਐਕਚੁਅਲੀ ਉਹ ਜਿਹੜੇ ਆਪ ਖੁਦ ਉਹ ਕਰਮ ਨਹੀਂ ਕਰ ਰਹੇ ਜਿਹੜਾ ਧਰਮ ਕਮਾਉਣ ਵਾਲੀ ਗੱਲ ਆ। ਆਪ ਉਹ ਭੋਲੀ ਭਾਲੀ ਜਨਤਾ ਨੂੰ ਆਪਣੀ ਵਡਿਆਈ ਕਰਾਉਣ ਵਾਸਤੇ, ਆਪਣੀ ਉੱਸਤ ਕਰਾਉਣ ਵਾਸਤੇ, ਆਪਣੇ ਡੇਰਾ ਨੂੰ ਵੱਡਾ ਕਰਨ ਵਾਸਤੇ, ਆਪਣੇ ਵੱਧ ਤੋਂ ਵੱਧ ਚੇਲੇ ਪੈਦਾ ਕਰਨ ਵਾਸਤੇ, ਉਹ ਇਸ ਵਾਸਤੇ ਉਹ ਵਰਤ ਲੈਂਦੇ ਆ। ਅਤੇ ਇਹਦੇ ਨਾਲ ਕੀ ਹੁੰਦਾ ਕਿ ਉਹਨਾਂ ਦਾ ਜਿਹੜਾ ਆ ਜੀਵਨ ਉਹ ਵੀ ਸਫਲਾ ਨਹੀਂ ਹੋ ਸਕਦਾ, ਕਿਉਂਕਿ ਉਹ ਜੋ ਕਰਮ ਕਰ ਰਹੇ ਆ ਉਹ ਉਹਨਾਂ ਦੇ ਧਰਮ ਦੇ ਮੁਤਾਬਕ ਠੀਕ ਨਹੀਂ। ਕਿਉਂਕਿ ਅਗਰ ਕੋਈ ਗਿਆਨੀ, ਕੋਈ ਗਿਆਨਵਾਨ ਬੰਦਾ, ਕੋਈ ਸਾਧੂ ਸੰਤ ਮਹਾਤਮਾ ਜੋ ਕਿ ਜਿਹਨੂੰ ਸੋਝੀ ਹੋ ਗਈ ਅਕਾਲ ਪੁਰਖ ਵਾਹਿਗੁਰੂ, ਉਹ ਦੂਸਰਿਆਂ ਨੂੰ ਜਿਹੜੇ ਚਿੱਕੜ 'ਚ ਖੁੱਬੇ ਆ, ਜਿਹੜੇ ਨਸ਼ਿਆਂ 'ਚ ਖੁੱਬੇ ਆ, ਜਿਹੜੇ ਬੁਰਾਈਆਂ 'ਚ ਖੁੱਬੇ ਆ, ਉਹਨਾਂ ਨੂੰ ਕੱਢਣ ਦਾ ਯਤਨ ਨਹੀਂ ਕਰਦਾ। ਇਹਦਾ ਮਤਲਬ ਉਹ ਆਪਣਾ ਧਰਮ। ਹੁਣ ਸਾਡੀ ਜਿਹੜੀ ਦੌੜ ਲੱਗੀ ਆ ਉਹ ਆਪਣੀ ਸ਼ੋਹਰਤ ਕਮਾਉਣ 'ਤੇ ਲੱਗੀ ਆ, ਆਪਣਾ ਨਾਂ ਕਮਾਉਣ 'ਤੇ ਲੱਗੀ ਆ, ਕਿ ਕਿਸੇ ਤਰੀਕੇ ਨਾਲ ਅਸੀਂ ਆਪਣੇ
ਪਿੰਡ ਦੇ ਵਿੱਚ ਆਪਣੇ ਏਰੀਏ ਦੇ ਵਿੱਚ ਮਸ਼ਹੂਰ ਹੋ ਜਾਈਏ, ਫਿਰ ਹੋਰ ਚੇਲੇ ਆਉਣਗੇ, ਫਿਰ ਥੋੜ੍ਹਾ ਜਿਹਾ ਹੋਰ ਆਵਾਂਗੇ, ਅਤੇ ਫਿਰ ਬਾਅਦ ਤੋਂ ਬਾਅਦ ਹੌਲੀ 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 ਬਾਹਰਲੇ ਮੁਲਕਾਂ ਦੇ ਵਿੱਚ ਵੀ ਆਪਣੇ ਚੇਲੇ ਪੈਦਾ ਕਰਕੇ ਆਪਣੇ ਡੇਰੇ ਨੂੰ ਵੱਡਾ ਕਰਨਾ, ਆਪਣੇ ਵੱਧ ਤੋਂ ਵੱਧ ਡੇਰੇ ਬਣਾਉਣ ਦੇ ਉੱਤੇ ਇੱਕ ਕਿਸਮ ਦਾ ਬਿਜ਼ਨਸ ਬਣਾ ਲਿਆ, ਨਾ ਕਿ ਉਹ ਧਰਮ ਅਤੇ ਕਰਮ ਕਮਾਉਣ ਵਾਲੀ ਗੱਲ ਰਹਿ ਗਈ। ਜੇ ਹੁਣ ਆਪਾਂ ਇਸ ਧਰਮ ਦੇ ਵਿਸ਼ੇ ਨੂੰ, ਇਸ ਕਰਮ ਦੇ ਵਿਸ਼ੇ ਨੂੰ ਆਪਾਂ ਥੋੜ੍ਹਾ ਸੋਚਣ ਦੀ ਕੋਸ਼ਿਸ਼ ਕਰੀਏ ਕਿ ਬਚਪਨ ਤੋਂ ਲਾ ਕੇ ਜਦੋਂ ਸਾਡਾ ਜਨਮ ਹੋਇਆ, ਅਤੇ ਜਨਮ ਕਿਸੇ ਨੇ ਅਮੀਰ ਘਰ ਦੇ ਵਿੱਚ ਜਨਮ ਲਿਆ, ਕਿਸੇ ਨੇ ਗਰੀਬ ਧਰਮ ਦੇ ਵਿੱਚ ਘਰ ਦੇ ਵਿੱਚ ਜਨਮ ਲਿਆ, ਕਿਸੇ ਨੇ ਉੱਚੀ ਕੁਲ ਦੇ ਵਿੱਚ ਜਨਮ ਲੈ ਲਿਆ, ਕਿਸੇ ਨੇ ਮਾੜੀ ਕੁਲ ਦੇ ਵਿੱਚ ਜਨਮ ਲੈ ਲਿਆ। ਜੋ ਇਸ ਸੰਸਾਰ ਦਾ ਰੀਤੀ ਰਿਵਾਜ ਹੈ, ਜੋ ਇਸ ਸੰਸਾਰ ਦੇ ਵਿੱਚ ਗੱਲਾਂ ਬਾਤਾਂ ਚੱਲਦੀਆਂ ਉਹਨਾਂ ਦੇ ਸਿਸਟਮ ਦੇ ਹਿਸਾਬ ਨਾਲ। ਪਰ ਉਹ ਐਸਾ ਕਿਉਂ ਹੋਇਆ ਕਿ ਇੱਕ ਬੱਚਾ ਜਨਮਦਾ ਆ, ਉਹਦੇ ਕੋਲ ਕਿੰਨੇ ਕਰੋੜਾਂ ਰੁਪਈਆਂ ਦੀ ਜਾਇਦਾਦ ਹੈ ਜਨਮ ਤੋਂ ਹੀ। ਇੱਕ ਬੱਚਾ ਜਿਹੜਾ ਜਨਮਿਆ, ਉਹਦੇ ਕੋਲ ਕਈ ਵਾਰੀ ਦੁੱਧ ਪੀਣ ਵਾਸਤੇ ਵੀ ਕੁਛ ਨਹੀਂ ਗਾ, ਮਾਤਾ ਪਿਤਾ ਦਾ ਸਾਇਆ ਵੀ ਉੱਠ ਜਾਂਦਾ, ਕੋਈ ਰਹਿਣ ਵਾਸਤੇ ਵੀ ਕੋਈ ਚੰਗਾ ਨਹੀਂ ਗਾ। ਉਹ ਐਡਾ ਵੱਡਾ ਡਿਫਰੈਂਸ, ਕਿਉਂਕਿ ਉਸ ਬੱਚੇ ਨੇ ਕੋਈ ਕਰਮ ਤਾਂ ਕੀਤਾ ਨਹੀਂ, ਉਹਨੇ ਕੋਈ ਹਜੇ ਤੱਕ ਧਰਮ ਨਾ ਕਮਾਇਆ ਨਹੀਂ, ਉਹਦਾ ਜਨਮ ਹੀ ਹੋਇਆ। ਪਰ ਉਹ ਐਡਾ ਵੱਡਾ ਡਿਫਰੈਂਸ ਜਿਹੜਾ ਕਿਉਂ? ਬਹੁਤ ਸਾਰੇ ਐਸੇ ਲੋਕ ਜਿਹੜੇ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ, ਉਹ ਇਸ ਪੁਆਇੰਟ ਨੂੰ ਬਹੁਤ ਤਕੜੇ ਢੰਗ ਨਾਲ ਲੈਂਦੇ ਆ ਕਿ ਉਸ ਬੱਚੇ ਨੇ ਕੋਈ ਕਰਮ ਨਹੀਂ ਕੀਤਾ, ਉਸ ਬੱਚੇ ਨੇ ਕੋਈ ਧਰਮ ਨਹੀਂ ਇੱਦਾਂ ਦਾ ਕੀਤਾ, ਉਹਨੇ ਕੋਈ ਮਾੜਾ ਕੰਮ ਨਹੀਂ ਕੀਤਾ, ਫਿਰ ਉਸ ਬੱਚੇ ਨੂੰ ਇਹ ਸਜ਼ਾ ਕਿਉਂ ਹੋਈ? ਕਿ ਉਹ ਜਨਮ ਤੋਂ ਹੀ ਉਹ ਕਿਸੇ ਝੁੱਗੀ ਦੇ ਵਿੱਚ ਪੈਦਾ ਹੋਇਆ, ਇੱਕ ਜਨਮ ਤੋਂ ਇੱਕ ਕਿਸੇ ਮਹਿਲ ਦੇ ਵਿੱਚ ਪੈਦਾ, ਇੰਨਾ ਜ਼ਿਆਦਾ ਡਿਫਰੈਂਸ ਕਿਉਂ ਹੋਇਆ? ਪਰ ਇੱਥੇ ਬਹੁਤ ਸੌਖੀ ਗੱਲ ਹੈ, ਕੋਈ ਐਡੀ ਔਖੀ ਗੱਲ ਨਹੀਂ ਕਿ ਜਿਹੜਾ ਜਨਮ ਹੋਇਆ ਉਹਦੇ ਪੂਰਬਲੇ ਕਰਮਾਂ ਦੇ ਹਿਸਾਬ ਦੇ ਨਾਲ ਉਹਨੂੰ ਇਹ ਜਨਮ ਮਿਲਿਆ। ਜਿਹੜੇ ਉਹਨੇ ਪਿਛਲੇ ਜਨਮ ਦੇ ਵਿੱਚ ਕੋਈ ਚੰਗੇ ਜਾਂ ਮਾੜੇ ਕਰਮ ਕੀਤੇ ਆ, ਪਿਛਲੇ ਜਨਮ ਦੇ ਵਿੱਚ ਚੰਗਾ ਜਾਂ ਮਾੜਾ ਕੋਈ ਧਰਮ ਕਮਾਇਆ, ਉਸ ਧਰਮ ਦੇ ਤਹਿਤ ਉਸ ਨੂੰ ਇਹ ਜਨਮ ਮਿਲਿਆ। ਔਰ ਇਸ ਜਨਮ ਦੇ ਵਿੱਚ ਉਹਨਾਂ ਨੂੰ ਇੱਕ ਮੌਕਾ ਮਿਲਿਆ, ਜਿੱਦਾਂ ਗੁਰਬਾਣੀ ਵਿੱਚ ਆਪਾਂ ਪਹਿਲਾਂ ਕਹਿ ਕੇ ਇਹ ਵਾਰੀ ਆ ਸਾਡੀ, ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਚਾਂਸ ਦਿੱਤਾ ਹੈ ਤਾਂ ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਮਿਲ ਸਕੀਏ, ਆਪਣੇ ਚੰਗੇ ਕਰਮ ਕਰ ਸਕੀਏ। ਪਰ ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਜਾਂਦਾ, ਬਚਪਨ ਦੇ ਵਿੱਚ ਉਹਦਾ ਕੋਲ ਕੋਈ ਕਰਮ ਕਰਨ ਵਾਲੀ ਕੋਈ ਸੋਝੀ ਨਹੀਂ, ਕਰਮ ਕਰਨ ਵਾਲਾ ਕੋਈ ਉਹਦੇ ਕੋਲ ਸਿਸਟਮ ਨਹੀਂ, ਕਿਉਂਕਿ ਉਹ ਆਪ ਕਿਸੇ 'ਤੇ ਨਿਰਭਰ ਕਰ ਰਿਹਾ, ਆਪਣੇ ਮਾਤਾ ਪਿਤਾ 'ਤੇ, ਤਾਂ ਉਹ ਕੋਈ ਕਰਮ ਨਹੀਂ ਕਰ ਰਿਹਾ। ਪਰ ਉਹਦੇ ਪੂਰਬਲੇ ਕਰਮ ਜਿਹੜੇ ਆ ਉਹਦੇ ਨਾਲ ਉੱਦਾਂ ਹੀ ਖੜ੍ਹੇ ਆ, ਉਹ ਉਹਦਾ ਸਾਥ ਦੇ ਰਿਹਾ, ਚਾਹੇ ਚੰਗਾ ਆ ਚਾਹੇ ਮਾੜਾ ਆ, ਪਰ ਉਹਦੇ ਪੂਰਬਲੇ ਕਰਮਾਂ ਕਰਕੇ ਉਹਨੂੰ ਇਹ ਹੋ ਰਿਹਾ। ਪਰ ਉਸ ਸਮੇਂ ਜਿਹੜੇ ਉਹਦੇ ਮਾਤਾ ਪਿਤਾ ਆ, ਜਾਂ ਉਹਦੇ ਭੈਣ ਭਰਾ ਆ ਵੱਡੇ, ਜਾਂ ਹੋਰ ਕੋਈ ਰਿਸ਼ਤੇਦਾਰ ਜਿਹੜੇ ਸੰਬੰਧੀ ਉਹਦੇ ਕਰਮਾਂ ਦੇ ਤਹਿਤ ਪਹਿਲੋਂ ਤੋਂ ਬਣੇ ਆ, ਉਹਨਾਂ ਦਾ ਧਰਮ ਆ ਕਿ ਉਸ ਬੱਚੇ ਨੂੰ ਕਿਹੜੇ ਤਰੀਕੇ ਨਾਲ ਪਰਵਰਿਸ਼ ਦੇਣੀ, ਉਹ ਉਹਨਾਂ ਦਾ ਧਰਮ ਆ। ਅਗਰ ਉਹ ਆਪਣਾ ਧਰਮ ਮਾਤਾ ਪਿਤਾ ਅੱਛੇ ਤਰੀਕੇ ਨਾਲ ਨਿਭਾ ਰਹੇ ਆ ਤਾਂ ਉਹ ਆਪਣਾ ਅੱਛਾ ਕਰਮ ਕਰ ਰਹੇ ਆ, ਪਰ ਉਹ ਬੱਚਾ ਕੁਛ ਨਹੀਂ ਕਰ ਰਿਹਾ। ਪਰ ਜਿਹੜੇ ਮਾਤਾ ਪਿਤਾ ਆ, ਉਹਨਾਂ ਦਾ ਜਿਹੜਾ ਧਰਮ ਆ, ਉਹਨਾਂ ਨੂੰ ਅੱਛੇ ਤਰੀਕੇ ਨਾਲ ਨਿਭਾਉਣਾ ਪੈਣਾ ਕਿ ਉਹ ਬੱਚੇ ਦੀ ਪਰਵਰਿਸ਼ ਜਿਹੜੀ ਆ ਉਹ ਚੰਗੀ ਕਰਨ, ਅਤੇ ਚੰਗੀ ਪਰਵਰਿਸ਼ ਕਰਨੀ ਉਹ ਮਾਤਾ ਪਿਤਾ ਦਾ ਧਰਮ ਬਣ ਜਾਂਦਾ। ਧਰਮ ਕੋਈ ਹੋਰ ਕੋਈ ਖਿਡੌਣਾ ਨਹੀਂ ਕਿ ਜਾਂ ਕੋਈ ਦੇਖਣ ਵਾਲੀ ਚੀਜ਼ ਨਹੀਂ, ਉੱਥੇ ਉਸ ਮਾਤਾ ਪਿਤਾ ਦਾ ਉਹ ਧਰਮ ਆ ਕਿ ਉਸ ਬੱਚੇ ਦੀ ਪਰਵਰਿਸ਼ ਕਿਹੜੇ ਤਰੀਕੇ ਨਾਲ, ਸੋਹਣੇ ਤਰੀਕੇ ਨਾਲ ਕਰਨੀ ਹੈ। ਉਹ ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਜਾਂਦਾ, ਬੱਚੇ ਨੂੰ ਸੋਝੀ ਆਉਂਦੀ ਜਾਂਦੀ ਆ, ਅਤੇ ਉਹਦੇ ਕਰਮ ਜਿਹੜੇ ਆ ਉਹ ਵੀ ਉਹਦੇ ਨਾਲ ਹੀ ਆ ਜਾਂਦੇ ਆ। ਫਿਰ ਜਿਉਂ ਬੱਚਾ ਵੱਡਾ ਹੋਇਆ ਅਤੇ ਤਿਉਂ ਉਹਨੂੰ ਕਰਮਾਂ ਦੀ ਵੀ ਸੋਝੀ ਹੋਣੀ ਚਾਹੀਦੀ ਆ। ਫਿਰ ਉਹਦੇ ਕਰਮ ਜਿਹੜੇ ਇੱਥੇ ਦੇ ਕਰਮ ਕੀਤੇ ਆ ਉਹ ਵੀ ਲਿਖੇ ਜਾਣਗੇ, ਉਹਨਾਂ ਦਾ ਫਲ ਵੀ ਉਹਨੂੰ ਮਿਲੂਗਾ। ਉੱਥੇ ਬੱਚੇ ਦਾ ਉਹ ਜਿਉਂ-ਜਿਉਂ ਕਰਮ ਪੈਦਾ ਹੋਣਗੇ, ਫਿਰ ਤੇਰੇ ਉਹਦੇ ਕਰਮ ਪੈਦਾ ਹੋ ਗਏ, ਤਿਉਂ ਉਹਦਾ ਧਰਮ ਵੀ ਜਿਹੜਾ ਆ ਉਹ ਵੀ ਨਾਲ ਨਾਲ ਪੈਦਾ ਹੋ ਜਾਂਦਾ। ਜਿਉਂ ਬੱਚੇ ਨੂੰ ਸੋਝੀ ਆਈ, ਉਹਦਾ ਫਰਜ਼ ਆ ਕਿ ਆਪਣੇ ਮਾਤਾ ਪਿਤਾ ਦਾ ਆਖੇ ਲੱਗਣਾ, ਮਾਤਾ ਪਿਤਾ ਦੇ ਕਹਿਣੇ ਲੱਗਣਾ, ਜਿੱਦਾਂ ਮਾਤਾ ਪਿਤਾ ਕਹਿਣ ਉਸੇ ਤਰੀਕੇ ਨਾਲ ਆਪਣੇ ਕਾਰਜ ਕਰਨੇ, ਆਪਣੀ ਸਫਾਈ ਕਰਨੀ, ਆਪਣੇ ਦੂਸਰੇ ਦੇ ਨਾਲ ਬੋਲਣ ਦਾ ਤਰੀਕਾ ਜਿਹੜਾ ਮਾਤਾ ਪਿਤਾ, ਉੱਥੇ ਫਿਰ ਬੱਚੇ ਦੇ ਜਿਹੜੇ ਆ ਉਹ ਕਰਮ ਸ਼ੁਰੂ ਹੋ ਜਾਂਦੇ ਆ। ਜਦੋਂ ਉਹਦੇ ਕਰਮ ਸ਼ੁਰੂ ਹੋ ਜਾਂਦੇ, ਉਹਦੇ ਨਾਲ ਹੀ ਉਹਦੇ ਧਰਮ ਵੀ ਸ਼ੁਰੂ ਹੋ ਜਾਂਦੇ। ਉਹ ਜਿਉਂ-ਜਿਉਂ ਬੱਚਾ ਵੱਡਾ ਹੁੰਦਾ, ਜਦੋਂ ਉਹ ਬੱਚਾ ਆਪਣੇ ਮਾਤਾ ਪਿਤਾ ਦਾ, ਆਪਣੇ ਉਸਤਾਦ ਦਾ, ਆਪ ਤੋਂ ਵੱਡਿਆਂ ਦਾ ਕਹਿਣਾ ਨਹੀਂ ਮੰਨਦਾ, ਉਹਨਾਂ ਦੇ ਆਖੇ ਨਹੀਂ ਲੱਗਦਾ, ਉਹਨਾਂ ਦੇ ਦੱਸੇ ਹੋਏ ਮਾਰਗ 'ਤੇ ਨਹੀਂ ਚੱਲਦਾ, ਇਹਦਾ ਮਤਲਬ ਉਹ ਜਿਹੜਾ ਆਪਣਾ ਕਰਮ ਨਹੀਂ ਕਮਾ ਰਿਹਾ। ਜੇ ਉਹ ਆਪਣਾ ਕਰਮ ਨਹੀਂ ਕਮਾ ਰਿਹਾ, ਇਹਦਾ ਮਤਲਬ ਉਹਦਾ ਜਿਹੜਾ ਧਰਮ ਆ ਉਹ ਚੰਗਾ ਨਹੀਂ ਗਾ। ਆਪਣੇ ਮਾਤਾ ਪਿਤਾ ਦੇ ਆਖੇ ਲੱਗਣਾ, ਆਪਣੇ ਬਜ਼ੁਰਗਾਂ ਦੇ, ਆਪਣੇ ਉਸਤਾਦ ਦੇ ਆਖੇ ਲੱਗਣਾ, ਇਹ ਸਾਡੇ ਬਚਪਨ ਦਾ ਇੱਕ ਧਰਮ ਆ
ਸਾਡਾ ਇੱਕ ਬਚਪਨ ਦਾ ਇੱਕ ਕਰਮ ਆ, ਤੇ ਜੇ ਅਸੀਂ ਉਹ ਕਰਮ ਨਹੀਂ ਕਮਾਵਾਂਗੇ ਅਸੀਂ ਉਹ ਇਹ ਤਾਂ ਮੈਂ ਚੰਗਾ ਧਰਮ ਨਹੀਂ ਕਰ। ਇਹਦੇ ਨਾਲ ਹੀ ਸਾਡੇ ਜਿਹੜੇ ਮਾਤਾ ਪਿਤਾ ਆ ਉਹਨਾਂ ਨੇ ਸਾਡੀ ਦੇਖਭਾਲ ਦੇ ਨਾਲ ਹੀ, ਸਾਡੀ ਪਰਵਰਿਸ਼ ਦੇ ਨਾਲ ਹੀ ਜਿਹੜੀ ਵੀ ਸਾਡੀ ਲੋੜੀਂਦੀ ਚੀਜ਼ ਆ ਜਾਂ ਚੰਗੇ ਪਾਸੇ ਲੈ ਕੇ ਜਾਣ ਵਾਲਾ ਸਾਡਾ ਰਸਤਾ ਆ ਉਹ ਦੱਸਣਾ, ਚੰਗੇ ਰਸਤੇ 'ਤੇ ਉਹਨਾਂ ਨੂੰ ਲੈ ਕੇ ਜਾਣਾ, ਉਹ ਸਾਡੇ ਮਾਤਾ ਪਿਤਾ ਦਾ ਧਰਮ ਹੈ। ਹੁਣ ਜੇ ਸਾਡੇ ਮਾਤਾ ਪਿਤਾ ਜਿਹੜੇ ਆ ਸਾਨੂੰ ਕਿਤੇ ਸਿਰ ਗਾਉਣ ਵਾਲੀਆਂ ਜਗ੍ਹਾ 'ਤੇ ਲੈ ਕੇ ਜਾਣਗੇ, ਜਿੱਥੇ ਭੰਗੜੇ ਪੈਂਦੇ ਉੱਥੇ ਹੀ ਸਿਰਫ ਲੈ ਕੇ ਜਾਣਗੇ, ਜਿੱਥੇ ਸ਼ਰਾਬਾਂ ਪੀਤੀਆਂ ਜਾਂਦੀਆਂ, ਜਿੱਥੇ ਮਹਿਫਲਾਂ ਸਜੀਆਂ ਉੱਥੇ ਲੈ ਕੇ ਜਾਣਗੇ, ਇਹਦਾ ਮਤਲਬ ਉਹ ਮਾਤਾ ਪਿਤਾ ਚੰਗਾ ਕਰਮ ਨਹੀਂ ਕਰ ਰਹੇ, ਚੰਗਾ ਧਰਮ ਨਹੀਂ ਨਿਭਾ ਰਹੇ। ਤੇ ਜਿਹੜੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਜਾ ਰਹੇ ਆ, ਗੁਰਬਾਣੀ ਪੜ੍ਹਾ ਰਹੇ ਆ, ਆਪਣੇ ਕੋਲ ਬੈਠ ਕੇ ਗੁਰਬਾਣੀ ਪੜ੍ਹਾਉਂਦੇ ਆ, ਗੁਰਮਤਿ ਕੈਂਪਾਂ ਵਿੱਚ ਲੈ ਕੇ ਜਾਂਦੇ ਆ, ਉਹ ਬੱਚੇ, ਉਹ ਜਿਹੜੇ ਮਾਤਾ ਪਿਤਾ ਆ ਆਪਣਾ ਚੰਗਾ ਕਰਮ ਕਰ ਰਹੇ ਤੇ ਆਪਣਾ ਧਰਮ ਨਿਭਾ ਰਹੇ ਆ। ਤੇ ਉਸੇ ਸਮੇਂ ਦੂਏ ਪਾਸੇ ਉਹ ਜਿਹੜਾ ਬੱਚਾ ਆ, ਜੇ ਉਹ ਮਾਤਾ ਪਿਤਾ ਦੇ ਆਖੇ ਨਹੀਂ ਲੱਗਦਾ, ਜਾਂ ਜਿਹੜੇ ਬੱਚੇ ਮਾਤਾ ਪਿਤਾ ਦੇ ਆਖੇ ਲੱਗਦੇ ਚੰਗੇ ਤਰੀਕੇ ਨਾਲ ਚੰਗਾ ਧਰਮ ਨਿਭਾ ਰਹੇ ਆ, ਜਿਹੜੇ ਨਹੀਂ ਚੰਗੇ ਪਾਸੇ ਲੱਗਦੇ ਉਹ ਆਪਣਾ ਧਰਮ ਨਹੀਂ ਨਿਭਾ ਰਿਹਾ। ਇਸੇ ਤਰੀਕੇ ਨਾਲ ਵੱਧਦੇ ਬੰਦੇ ਦਾ ਵਿਆਹ ਹੋ ਗਿਆ, ਫਿਰ ਉਹਦੇ ਉੱਤੇ ਹੋਰ ਜ਼ਿੰਮੇਵਾਰੀਆਂ ਪੈ ਗਈਆਂ। ਹੁਣ ਇੱਥੇ ਆ ਕੇ ਵੀ ਧਰਮ ਜਿਹੜਾ ਆ ਉਹ ਹੋਰ ਜ਼ਿਆਦਾ ਪਕੜ ਕਰਦਾ ਆ, ਸਾਡਾ ਕਰਮ ਜਿਹੜਾ ਹੋਰ ਪਕੜ ਕਰਦਾ, ਕਿਉਂਕਿ ਅਸੀਂ ਇੱਕ ਹੋਰ ਪਰਿਵਾਰ ਦੇ ਵਿੱਚ ਚੱਲ ਗਏ, ਸਾਡੇ ਨਾਲ ਇੱਕ ਹੋਰ ਪਰਿਵਾਰ ਜੁੜ ਗਿਆ ਜਿਹਦੇ ਨਾਲ ਸਾਡਾ ਵਾਸਤਾ ਨਹੀਂ ਸੀ ਪਹਿਲੋਂ, ਪਰ ਅੱਜ ਕਰਮਾਂ ਕਰਕੇ, ਪੂਰਬਲੇ ਕਰਮਾਂ ਕਰਕੇ ਸਾਡਾ ਜਿਹੜਾ ਉਹਨਾਂ ਰਿਸ਼ਤਾ ਨਾਤਾ ਬਣ ਗਿਆ। ਤੇ ਜਦੋਂ ਸਾਡੇ ਨਾਲ ਉਹਦਾ ਰਿਸ਼ਤਾ ਨਾਤਾ ਬਣ ਗਿਆ ਤਾਂ ਉਹ ਜਿਹੜਾ ਸਾਡਾ ਕਰਮ ਆ ਉਹ ਵੀ ਉਹ 'ਚ ਹੀ ਫਰਕ ਆ ਗਿਆ, ਸਾਡੇ ਧਰਮ ਵਿੱਚ ਹੀ ਫਰਕ ਆ ਜਾਣਾ। ਕਿਉਂਕਿ ਅਸੀਂ ਮਾਤਾ ਪਿਤਾ ਦਾ, ਆਪਦੇ ਵੱਡਿਆਂ ਦਾ ਸਤਿਕਾਰ ਜਿਹੜਾ ਆ ਉਹ ਨਹੀਂ ਛੱਡਣਾ, ਉਹ ਤੋਂ ਦੂਰ ਨਹੀਂ ਜਾਣਾ, ਮਾਤਾ ਪਿਤਾ ਦੀ ਇੱਜ਼ਤ ਨਹੀਂ ਛੱਡਣੀ, ਉਹ ਤੋਂ ਦੂਰ ਨਹੀਂ ਜਾਣਾ। ਪਰ ਉਹ ਦੂਏ ਪਾਸੇ ਜਿਹੜਾ ਸਾਡੇ ਘਰ ਪਤਨੀ ਆਈ ਜਾਂ ਪਤੀ ਦੇ ਰੂਪ ਵਿੱਚ ਆਇਆ, ਉਹਦੇ ਮਾਤਾ ਪਿਤਾ ਨੂੰ ਵੀ ਉਹਨਾਂ ਮਾਣ ਸਤਿਕਾਰ ਦੇਣਾ, ਇੱਜ਼ਤ ਮਾਣ ਦੇਣੀ, ਉਹਨਾਂ ਦੇ ਕਹਿਣੇ ਵਿੱਚ ਰੱਖਣਾ, ਉਹਨਾਂ ਪਿਆਰ ਦੇਣਾ, ਉਹ ਵੀ ਸਾਡੇ ਧਰਮ ਜਿਹੜਾ ਆ ਹੌਲੀ ਹੌਲੀ ਜਿਉਂ ਫਿਰ ਅਸੀਂ ਵੱਡੇ ਹੁੰਦੇ ਜਾਂਦੇ ਹਾਂ ਸਾਡੀਆਂ ਜ਼ਿੰਮੇਵਾਰੀਆਂ ਵੱਧਦੀ ਜਾਂਦੀਆਂ। ਅਤੇ ਜਿਹੜੇ ਉਸ ਸਮੇਂ ਸਿਰਫ ਆਪਣੇ ਪਤੀ ਨੂੰ ਜਾਂ ਆਪਣੀ ਪਤੀ ਨੂੰ ਜ਼ਿਆਦਾ ਮੋਹ ਦੇਣ ਲੱਗ ਪੈਂਦੇ ਅਤੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨ ਲੱਗ ਪੈਂਦੇ ਜਾਂ ਘੱਟ ਕਰਦੇ ਆ, ਅਤੇ ਉੱਥੇ ਫਿਰ ਘਰਾਂ ਦੇ ਵਿੱਚ ਤਰੇੜ ਪੈ ਜਾਂਦੀ ਆ, ਰਿਸ਼ਤਿਆਂ ਵਿੱਚ ਤਰੇੜ ਪੈ ਜਾਂਦੀ ਆ, ਕਿਉਂਕਿ ਅਸੀਂ ਆਪਣਾ ਜਿਹੜਾ ਕਰਮ ਆ ਉਹ ਠੀਕ ਨਹੀਂ ਕਰ ਰਹੇ, ਉਹਦੇ ਵਿੱਚ ਆਪਣਾ ਬੈਲੈਂਸ ਨਹੀਂ ਰੱਖ ਰਹੇ, ਆਪਣਾ ਧਰਮ ਜਿਹੜਾ ਸਹੀ ਨਹੀਂ ਨਿਭਾ ਰਹੇ। ਅਤੇ ਜਦੋਂ ਅਸੀਂ ਆਪਣਾ ਧਰਮ ਸਹੀ ਨਹੀਂ ਨਿਭਾ ਰਹੇ ਅਤੇ ਇਹਦਾ ਮਤਲਬ ਸਾਡੇ ਕਰਮ ਜਿਹੜੇ ਆ ਉਹ ਵੀ ਅਸੀਂ ਸਹੀ ਨਹੀਂ ਨਿਭਾ ਰਹੇ, ਇਸ ਕਰਕੇ ਅਸੀਂ ਆਪਣਾ ਕਰਮ ਸਹੀ ਨਹੀਂ ਕਰ ਰਹੇ। ਇਸ ਕਰਕੇ ਸਾਨੂੰ ਜ਼ਰੂਰੀ ਆ ਕਿ ਅਸੀਂ ਉਹ ਜਿਹੜਾ ਬੈਲੈਂਸ ਆ ਉਹ ਵੀ ਜਿਹੜਾ ਆਪਣਾ ਪੂਰੇ ਤੌਰ 'ਤੇ ਰੱਖੀਏ, ਤਾਂ ਕਿ ਜਦੋਂ ਪੂਰੇ ਤੌਰ 'ਤੇ ਬੈਲੈਂਸ ਰੱਖਾਂਗੇ ਅਤੇ ਫਿਰ ਸਾਡੇ ਕਰਮ ਵੀ ਜਿਹੜੇ ਠੀਕ ਹੋ ਸਕਦੇ, ਸਾਡਾ ਧਰਮ ਵੀ ਠੀਕ ਹੋ ਸਕਦਾ, ਅਤੇ ਸਾਡਾ ਜੀਵਨ ਜਿਹੜਾ ਆ ਉਹ ਸ਼ਾਂਤਮਈ ਤਰੀਕੇ ਦੇ ਨਾਲ, ਜਿਸ ਕਰਕੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਦਿੱਤਾ, ਉਸ ਤਰੀਕੇ ਨਾਲ ਅਸੀਂ ਉਹਨੂੰ ਚਲਾ ਸਕਦੇ ਹਾਂ। ਪਰ ਜੇ ਅਸੀਂ ਕਿਸੇ ਵੀ ਕੁਤਾਈ ਕਰਕੇ, ਕਿਉਂਕਿ ਆਮ ਤੌਰ 'ਤੇ ਤੁਸੀਂ ਦੇਖਦੇ ਹੋ ਘਰਾਂ ਵਿੱਚ ਕਲੇਸ਼ ਹੁੰਦਾ, ਇਹ ਮਾਂ ਪਿਓ ਦੇ ਆਖੇ ਬਹੁਤ ਲੱਗਦਾ, ਮੇਰੇ ਆਖੇ ਨਹੀਂ ਲੱਗਦਾ, ਉਹ ਕਹਿੰਦੇ ਮਾਂ ਪਿਓ ਕਹਿੰਦੇ ਆ ਆਪਣੀ ਜਨਾਨੀ ਦੇ ਆਖੇ ਲੱਗਦਾ, ਇਹ ਸਾਡੇ ਆਖੇ ਨਹੀਂ ਲੱਗਦਾ, ਇਹ ਹੁਣ ਜਨਾਨੀ ਹੋ ਗਿਆ ਹੈ, ਹੁਣ ਜਨਾਨੀ ਨੂੰ ਜ਼ਿਆਦਾ ਪਿਆਰ ਕਰਨ ਲੱਗ ਪਿਓ, ਉੱਧਰੋਂ ਉਹ ਕਹਿੰਦੀ ਇਹ ਮੇਰੀ ਮਾਂ ਦੇ ਸੱਸ ਦੇ ਆਖੇ ਲੱਗਦਾ, ਮੈਨੂੰ ਇਹ ਮਾਣ ਸਤਿਕਾਰ ਨਹੀਂ। ਕਿੰਨੇ ਕਲੇਸ਼ ਜਿਹੜੇ ਆ ਉਹ ਪੈਦਾ ਹੋਏ, ਪਰ ਉਹ ਸਾਰੇ ਕਲੇਸ਼ ਜਿਹੜੇ ਪੈਦਾ ਹੋਏ ਸਿਰਫ ਸਾਡੇ ਕਰਮ ਸਹੀ ਨਾ ਕਰਨਾ, ਸਾਡੇ ਧਰਮ ਸਹੀ ਨਾ ਕਰਨਾ, ਉੱਥੇ ਸਾਡਾ ਧਰਮ ਬਣਦਾ ਆ ਕਿ ਜਿਹੜਾ ਮਾਤਾ ਪਿਤਾ ਦਾ ਅਧਿਕਾਰ ਆ ਉਹਨਾਂ ਨੂੰ ਦਿੱਤਾ ਜਾਵੇ। ਜੇ ਅਸੀਂ ਮਾਤਾ ਪਿਤਾ ਨੂੰ ਉਹਨਾਂ ਦਾ ਬਣਦਾ ਮਾਣ ਸਤਿਕਾਰ ਅਧਿਕਾਰ ਨਹੀਂ ਦੇਵਾਂਗੇ, ਇਹਦਾ ਮਤਲਬ ਅਸੀਂ ਸਹੀ ਕਰਮ ਨਹੀਂ ਕਰ ਰਹੇ, ਅਸੀਂ ਸਹੀ ਧਰਮ ਨਹੀਂ ਨਿਭਾ ਰਹੇ। ਅਤੇ ਜੇ ਉਹੀ ਆਪਣੀ ਪਤਨੀ ਨੂੰ ਨਹੀਂ ਦੇਵਾਂਗੇ, ਇਹਦਾ ਮਤਲਬ ਦੂਏ ਪਾਸੇ ਵੀ ਅਸੀਂ ਆਪਣਾ ਜਾਂ ਪਤਨੀ ਦੇ ਮਾਤਾ ਪਿਤਾ ਨੂੰ ਨਹੀਂ ਦੇਵਾਂਗੇ, ਇਹਦਾ ਮਤਲਬ ਅਸੀਂ ਉੱਥੇ ਵੀ ਆਪਣਾ ਧਰਮ ਜਿਹੜਾ ਨਹੀਂ ਨਿਭਾ ਰਹੇ। ਅਤੇ ਜਦੋਂ ਧਰਮ ਸਹੀ ਨਹੀਂ ਨਿਭਾਵਾਂਗੇ ਉਦੋਂ ਕਲੇਸ਼ ਖੜੇ ਹੋਣਗੇ। ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਸਾਨੂੰ ਸਮਝਣੇ, ਫਿਰ ਸਾਡੇ ਬੱਚੇ ਹੋਏ, ਬੱਚਿਆਂ ਦੀ ਉਹੀ ਪਰਵਰਿਸ਼ ਕਰਨੀ ਉਸੇ ਤਰੀਕੇ ਨਾਲ, ਉਹਨਾਂ ਨੂੰ ਚੰਗੀ ਸਿਹਤ ਦੇਣੀ, ਉਹਨਾਂ ਨੂੰ ਚੰਗੀ ਵਿੱਦਿਆ ਦੇਣੀ, ਉਹਨੂੰ ਚੰਗਾ ਪਿਆਰ ਦੇਣਾ, ਉਹਨਾਂ ਨੂੰ ਗੁਰਮਤਿ ਕੈਂਪਾਂ ਵਿੱਚ ਲੈ ਕੇ ਜਾਣਾ, ਉਹਨੂੰ ਗੁਰੂ ਘਰਾਂ ਦੇ ਵਿੱਚ ਲੈ ਕੇ ਜਾਣਾ, ਇਹ ਸਾਰਾ ਕੁਛ ਉਹ ਵੀ ਸਾਡੀ ਜ਼ਿੰਮੇਵਾਰੀ ਦੇ ਵਿੱਚ ਆ ਗਿਆ। ਹੁਣ ਜਿਹੜਾ ਕਿਸੇ ਸਮੇਂ ਸਾਡੇ ਮਾਤਾ ਪਿਤਾ ਦੀ ਜ਼ਿੰਮੇਵਾਰੀ ਵਿੱਚ ਸੀਗਾ ਉਹ ਹੁਣ ਸਾਡੀ ਜ਼ਿੰਮੇਵਾਰੀ ਵਿੱਚ ਆ ਗਿਆ। ਜਿਹੜਾ ਕਦੀ ਸਾਡੀ ਮਾਤਾ ਪਿਤਾ ਦਾ ਧਰਮ ਸੀਗਾ ਉਹ ਹੁਣ ਸਾਡਾ ਧਰਮ ਬਣ ਗਿਆ, ਕਿਉਂਕਿ ਅਸੀਂ ਹੁਣ ਮਾਤਾ ਪਿਤਾ ਬਣ ਗਏ, ਹੋਰ ਵੱਡੇ ਹੋ ਗਏ, ਫਿਰ ਉਹਨਾਂ ਦੀਆਂ ਸ਼ਾਦੀਆਂ ਕਰਨੀਆਂ, ਉਹਨਾਂ ਲਈ ਚੰਗੇ ਪਰਿਵਾਰ ਲੱਭਣੇ,
ਚਾਹੇ ਉਹ ਕੁੜੀ ਦੇ ਰੂਪ ਵਿੱਚ ਹੋਣ ਚਾਹੇ ਮੁੰਡੇ, ਉਹ ਵੀ ਇੱਕ ਚੰਗੇ ਕਰਮ ਦੀ ਗੱਲ ਆ, ਇੱਕ ਚੰਗੇ ਧਰਮ ਦੀ ਗੱਲ ਆ। ਇੱਥੇ ਮੈਂ ਆਪ ਜੀ ਦਾ ਧਿਆਨ ਬਹੁਤ ਐਸੀ ਚੀਜ਼ ਵੱਲ ਦਿਵਾਉਣਾ ਚਾਹੁੰਦਾ ਜਿਹੜੀ ਕਿ ਬਹੁਤ ਜ਼ਿਆਦਾ ਜ਼ਰੂਰੀ ਆ। ਅੱਜ ਸਾਡੇ ਸਮਾਜ ਨੂੰ ਉਹ ਖਾਈ ਜਾ ਰਹੀ ਆ, ਜਿਹੜੀ ਦਾਜ ਦੀ ਲਾਹਨਤ ਆ। ਕਿਉਂਕਿ ਸਾਡੇ ਜਿਹੜੇ ਪੂਰਬਲੇ ਕਰਮ ਆ ਉਹਨਾਂ ਦੇ ਮੁਤਾਬਕ ਸਾਡੇ ਰਿਸ਼ਤੇ ਤਾਂ ਲਿਖੇ ਆ, ਤੇ ਧੁਰੋਂ ਲਿਖਿਆ ਆ, ਸੰਜੋਗ ਆ ਵੀ ਕਿੱਥੇ ਸਾਡਾ ਰਿਸ਼ਤਾ ਹੋਣਾ, ਕਿਹੜੇ ਪਰਿਵਾਰ ਦੇ ਨਾਲ ਸਾਡਾ ਜੁੜਨਾ ਆ ਰਿਸ਼ਤਾ। ਪਰ ਉੱਥੇ ਰਿਸ਼ਤਾ ਜੋੜਨ ਨਾਲੋਂ ਅਸੀਂ ਇਸ ਧਰਮ ਨੂੰ, ਇਸ ਕਰਮ ਨੂੰ ਵੀ ਇੱਕ ਬਿਜ਼ਨਸ ਬਣਾ ਲਿਆ। ਸਾਨੂੰ ਇੰਨਾ ਦਾਜ ਚਾਹੀਦਾ, ਸਾਨੂੰ ਇੰਨੀ ਆਹ ਚੀਜ਼ ਚਾਹੀਦੀ ਹੈ, ਸਾਨੂੰ ਇੰਨੀ ਆਹ ਚਾਹੀਦੀ ਹੈ, ਸਾਡੀਆਂ ਆਹ ਮੰਗਾਂ। ਕੁੜੀ ਵਾਲਿਆਂ ਨੇ ਆਪਣੀਆਂ ਮੰਗਾਂ ਦੱਸਣੀਆਂ ਸ਼ੁਰੂ ਕਰਤੀਆਂ, ਮੁੰਡੇ ਵਾਲਿਆਂ ਨੇ ਆਪਣੀਆਂ ਮੰਗਾਂ ਦੱਸਣੀਆਂ ਸ਼ੁਰੂ ਕਰਤੀਆਂ। ਉਹਨਾਂ ਮੰਗਾਂ ਦੇ ਵਿੱਚ ਕੀ ਹੋਇਆ ਕਿ ਸਾਡੀ ਦੌੜ ਲੱਗ ਗਈ ਵੀ ਮੈਂ ਉਹ ਤੋਂ ਆਪਣੇ ਆਪ ਨੂੰ ਵੱਡਾ ਦੱਸਾਂ। ਉਧਰੋਂ ਕੁੜੀ ਵਾਲਿਆਂ ਦੀ ਦੌੜ ਲੱਗ ਗਈ ਕਿ ਮੈਂ ਇਹਨੂੰ ਆਪਣੇ ਆਪ ਤੋਂ ਵੱਡਾ ਦੱਸਾਂ, ਮੈਂ ਆਪਣੇ ਆਪ 'ਤੇ ਜ਼ਿਆਦਾ ਖਰਚਾ ਕਰਾਂ। ਉਹ ਕਹਿੰਦਾ ਮੈਂ ਆਪਣੇ ਆਪ। ਪਰ ਜਿਹੜਾ ਅਸਲੀ ਰਿਸ਼ਤਾ ਸੀਗਾ, ਜਿਹੜਾ ਕਰਮ ਦੀ ਗੱਲ ਸੀ, ਜਿਹੜੀ ਧਰਮ ਦੀ ਗੱਲ ਸੀ, ਉਹ ਅਸੀਂ ਭੁੱਲ ਗਏ। ਅਸੀਂ ਉਸ ਕਰਮ ਅਤੇ ਧਰਮ ਨੂੰ ਜਿੱਦਾਂ ਬਾਬਿਆਂ ਨੇ, ਡੇਰੇ ਵਾਲਿਆਂ ਨੇ ਆਪਣਾ ਇੱਕ ਬਿਜ਼ਨਸ ਬਣਾ ਲਿਆ, ਅਸੀਂ ਇਸ ਰਿਸ਼ਤੇ ਨੂੰ ਵੀ ਇੱਕ ਬਿਜ਼ਨਸ ਬਣਾ ਲਿਆ, ਜਦੋਂ ਕਿ ਬਿਜ਼ਨਸ ਨਹੀਂ ਗਾ। ਇੱਕ ਕਰਮ ਧਰਮ ਕਮਾਉਣ ਵਾਲੀ ਚੀਜ਼ ਆ। ਇਹ ਬੰਧਨ ਜਿਹੜਾ ਹੈ ਇੱਕ ਧਰਮ ਆ, ਇਹ ਬਿਜ਼ਨਸ ਨਹੀਂ ਗਾ। ਪਰ ਅਸੀਂ ਉਸ ਧਰਮ ਨੂੰ, ਉਸ ਕਰਮ ਨੂੰ ਇੱਕ ਬਿਜ਼ਨਸ ਬਣਾ ਲਿਆ। ਅਤੇ ਜਦੋਂ ਬਿਜ਼ਨਸ ਵਿੱਚ ਕਿਸੇ ਬੰਦੇ ਨੂੰ ਵੀ ਘਾਟਾ ਪੈਂਦਾ ਹੈ ਤਾਂ ਕੋਈ ਵੀ ਨਹੀਂ ਬਰਦਾਸ਼ਤ ਕਰਦਾ, ਚਾਹੇ ਉਹ ਕੁੜੀ ਵਾਲੇ ਹੋਣ ਚਾਹੇ ਮੁੰਡੇ ਵਾਲੇ ਹੋਣ। ਅਤੇ ਉਹ ਬਿਜ਼ਨਸ ਦੇ ਵਿੱਚ ਜਿਹੜਾ ਘਾਟਾ ਪਿਆ ਆ ਉਹਨੂੰ ਕਿਸੇ ਨੇ ਬਰਦਾਸ਼ਤ ਨਹੀਂ ਕਰਨਾ। ਅਤੇ ਸਾਡੇ ਵਿੱਚ ਆਪਸ ਵਿੱਚ ਫਿਰ ਲੜਾਈ ਝਗੜੇ ਸ਼ੁਰੂ ਕਰ ਹੋ ਜਾਣੇ। ਅੱਜ ਉਹਨੇ ਵਿਆਹ ਨਹੀਂ ਹੁੰਦੇ ਜਿਹਨੇ ਡਿਵੋਰਸ ਹੋਣ ਡਏ ਆ। ਜਦੋਂ ਕਿ ਅਸੀਂ ਆਪਣੇ ਜੀਵਨ ਵਿੱਚ ਇੰਨੇ ਜ਼ਿਆਦਾ ਡਿਵੋਰਸਾਂ ਦੇ ਬਾਰੇ ਕਦੀ ਸੁਣਿਆ ਨਹੀਂ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ। ਪਰ ਅੱਜ ਤੁਸੀਂ ਕਿਸੇ ਪਾਸੇ ਵੀ ਦੇਖ ਲਓ, ਕਿਸੇ ਕਮਿਊਨਿਟੀ ਵਿੱਚ ਜਾ ਕੇ ਦੇਖ ਲਓ, ਉੱਥੇ ਜੇ ਅੱਜ ਕਲੇਸ਼ ਹੋ ਰਿਹਾ ਬਾਰ-ਬਾਰ ਥਾਂ ਦੇ ਉੱਤੇ, ਤਾਂ ਕਿਉਂ ਹੋ ਰਿਹਾ? ਸਿਰਫ ਇਸ ਕਰਕੇ ਹੋ ਰਿਹਾ ਕਿ ਅਸੀਂ ਆਪਣਾ ਜਿਹੜਾ ਕਰਮ ਸਹੀ ਤਰੀਕੇ ਨਾਲ ਨਹੀਂ ਕਰ ਰਹੇ, ਅਸੀਂ ਆਪਣਾ ਧਰਮ ਜਿਹੜਾ ਸਹੀ ਤਰੀਕੇ ਨਾਲ ਨਹੀਂ ਨਿਭਾ ਰਹੇ। ਧਰਮ ਇੱਕ ਡਿਊਟੀ ਜਿਹੜੀ ਤੁਹਾਡੀ ਲੱਗੀ ਆ, ਉਹਨੂੰ ਨਿਭਾਉਣਾ, ਉਹ ਸਾਡਾ ਧਰਮ ਆ। ਜੇ ਅਸੀਂ ਡਿਊਟੀ ਨਹੀਂ ਨਿਭਾਉਂਦੇ, ਇਹਦਾ ਮਤਲਬ ਅਸੀਂ ਧਰਮ ਆਪਣਾ ਨਹੀਂ ਕਮਾ ਰਹੇ। ਮੈਂ ਵਾਰ-ਵਾਰ ਇਸ ਚੀਜ਼ 'ਤੇ ਬੇਨਤੀ ਕਰਦਾ, ਧਰਮ ਜਿਹੜਾ ਆ ਕੋਈ ਖਿਡੌਣਾ ਨਹੀਂ ਆ, ਕੋਈ ਦੇਖਣ ਵਾਲੀ ਚੀਜ਼ ਨਹੀਂ ਕਿ ਜਾਂ ਕੋਈ ਸ਼ੋਪੀਸ ਨਹੀਂ ਹੈਗਾ ਜਿਹਨੂੰ ਤੁਸੀਂ ਦੇਖ ਕਹਿ ਦਿਓ ਵੀ ਇਹ ਸਾਡਾ ਧਰਮ ਆ। ਧਰਮ ਜਿਹੜਾ ਆ, ਤੁਹਾਡੀ ਡਿਊਟੀ ਜਿਹੜੀ ਆ, ਤੁਹਾਡਾ ਫਰਜ਼ ਜਿਹੜਾ ਆ, ਉਹਨੂੰ ਕਮਾਉਣਾ ਆ, ਉਹ ਤੁਹਾਡਾ ਧਰਮ ਆ। ਅਤੇ ਜਿੱਥੇ ਅਸੀਂ ਆਪਣੀ ਡਿਊਟੀ, ਆਪਣੇ ਫਰਜ਼ ਨੂੰ ਨਹੀਂ ਕਮਾਉਂਦੇ, ਉੱਥੇ ਨਹੀਂ ਚੱਲਦੇ, ਇਹਦਾ ਮਤਲਬ ਅਸੀਂ ਆਪਣਾ ਧਰਮ ਨਹੀਂ ਨਿਭਾ ਰਹੇ। ਅਤੇ ਜਿੱਥੇ ਤੁਸੀਂ ਆਪਣਾ ਧਰਮ ਨਹੀਂ ਨਿਭਾਓਗੇ, ਉੱਥੇ ਕੋਈ ਨਾ ਕੋਈ ਕਲੇਸ਼ ਖੜਾ ਹੋ ਜਾਊਗਾ। ਕਿਉਂਕਿ ਇਹ ਜ਼ਰੂਰੀ ਆ, ਇਹ ਟ੍ਰੈਫਿਕ ਰੂਲ ਦੀ ਤਰ੍ਹਾਂ ਆ। ਜਦੋਂ ਤੁਸੀਂ ਰੂਲ ਨਹੀਂ ਮੰਨੋਗੇ ਤਾਂ ਤੁਹਾਡੇ ਐਕਸੀਡੈਂਟ ਹੋਣਗੇ, ਅਤੇ ਐਕਸੀਡੈਂਟ ਜਦੋਂ ਹੋਣਗੇ ਉਦੋਂ ਕੁਛ ਵੀ ਹੋ ਸਕਦਾ, ਐਕਸੀਡੈਂਟ ਦੇ ਵਿੱਚ ਕੁਛ ਵੀ ਹੋ ਸਕਦਾ। ਅੱਜ ਜਿਹੜੀ ਸਾਡੇ ਪਰਿਵਾਰਾਂ ਵਿੱਚ, ਸਾਡੇ ਪਿਆਰ ਦੇ ਵਿੱਚ ਦੂਰੀਆਂ ਪੈ ਰਹੀਆਂ, ਉਹਦਾ ਕਾਰਨ ਕੀ ਹੈ? ਉਹਨਾਂ ਦਾ ਕਾਰਨ ਇਹੋ ਹੀ ਆ ਕਿ ਅਸੀਂ ਜਿਹੜਾ ਸਾਨੂੰ ਡਿਊਟੀ ਲਾਈ ਗਈ ਹੈ, ਜਿਹੜਾ ਸਾਡਾ ਕਰਮ ਲਾਇਆ ਗਿਆ ਆ, ਉਹ ਅਸੀਂ ਪੂਰੀ ਤਰ੍ਹਾਂ ਨਹੀਂ ਨਿਭਾ ਰਹੇ। ਅਸੀਂ ਆਪਣਾ ਧਰਮ ਦੀ ਜਿਹੜੀ ਆ ਪਾਲਣਾ ਨਹੀਂ ਕਰ ਰਹੇ। ਚਾਹੇ ਉਹ ਅਸੀਂ ਕਿਸੇ ਸਟੇਟ ਦੇ ਵਿੱਚ, ਕਿਸੇ ਸਟੇਜ ਵਿੱਚੋਂ ਵਿਚਰ ਰਹੇ, ਕਿਸੇ ਅਵਸਥਾ ਵਿੱਚੋਂ ਵਿਚਰ ਰਹੇ, ਚਾਹੇ ਉਹ ਬਚਪਨ ਦੀ ਆ, ਚਾਹੇ ਉਦੋਂ ਥੋੜ੍ਹੇ ਵੱਡੇ ਹੋ ਗਏ, ਜਵਾਨ ਹੋ ਗਏ ਉਦੋਂ ਆ, ਚਾਹੇ ਸਾਡੇ ਵਿਆਹ ਹੋ ਗਏ ਉਦੋਂ ਆ, ਚਾਹੇ ਅਸੀਂ ਬਜ਼ੁਰਗ ਹੋ ਗਏ। ਬਜ਼ੁਰਗ ਹੋ ਕੇ ਵੀ ਅਸੀਂ ਆਪਣੀ ਜਿਹੜੀ ਕਰਮ ਆ ਉਹ ਤੋਂ ਦੂਰ ਨਹੀਂ ਜਾ ਸਕਦੇ। ਬਜ਼ੁਰਗ ਹੋ ਕੇ ਵੀ ਅਸੀਂ ਆਪਣੇ ਧਰਮ ਤੋਂ ਦੂਰ ਨਹੀਂ ਜਾ ਸਕਦੇ। ਸਿੱਖੀ ਦੇ ਵਿੱਚ ਇਹੀ ਇੱਕ ਮਾਣ ਵਾਲੀ ਗੱਲ ਆ ਕਿ ਸਿੱਖ ਜਿਹੜਾ ਆ, ਜਨਮ ਤੋਂ ਲਾ ਕੇ ਮਰਨ ਤੱਕ ਉਹ ਸਿੱਖ ਹੀ ਆ। ਜਨਮ ਤੋਂ ਲਾ ਕੇ ਮਰਨ ਤੱਕ ਉਹਨੇ ਕਰਮ ਕਮਾਉਣੇ ਆ। ਜਨਮ ਤੋਂ ਲਾ ਕੇ ਮਰਨ ਤੱਕ ਉਹਨੇ ਧਰਮ ਨੂੰ ਆਪਣਾ ਪਾਲਣਾ ਕਰਨਾ ਹੈ। ਉਹਦੀ ਅਵਸਥਾ ਬਦਲ ਜਾਂਦੀ ਹੈ, ਉਹਦੀ ਸਟੇਜ ਬਦਲ ਜਾਂਦੀ ਹੈ ਵੀ ਬੱਚੇ ਨੇ ਕਿਹੜਾ ਕਰਮ ਕਰਨਾ ਹੈ, ਬੁੱਢੇ ਨੇ ਕਿਹੜਾ ਕਰਮ ਕਰਨਾ। ਅਤੇ ਜੇ ਅੱਜ ਬਾਪੂ ਜਿਹੜਾ ਆ ਉਹ ਸਿਰਫ ਤਾਸ਼ ਖੇਡੀ ਜਾਊਗਾ, ਜਾਂ ਸ਼ਰਾਬ ਪੀ ਜਾਊਗਾ, ਜਾਂ ਕਿਸੇ ਕਲੱਬ ਵਿੱਚ ਜਾ ਕੇ ਬੈਠਾ ਰਹੂਗਾ, ਅਤੇ ਆਪਣੀ ਪਨੀਰੀ ਨੂੰ ਨਹੀਂ ਸਮਝੂਗਾ, ਆਪਣੇ ਪੋਤੇ ਪੋਤੀਆਂ ਨੂੰ ਨਹੀਂ ਸਮਝੂਗਾ, ਆਪਣੇ ਪਿੰਡ ਵਾਲਿਆਂ ਨੂੰ ਨਹੀਂ ਸਮਝੂਗਾ, ਆਪਣੇ ਖਾਨਦਾਨ ਨੂੰ ਨਹੀਂ ਸਮਝੂਗਾ, ਆਪਣੇ ਸੱਜਣਾ ਮਿੱਤਰਾਂ ਨੂੰ ਨਹੀਂ ਸਮਝੂਗਾ, ਇਹਦਾ ਮਤਲਬ ਬਾਪੂ ਜਿਹੜਾ ਆਪਣਾ ਧਰਮ ਨਹੀਂ ਕਮਾ ਰਿਹਾ। ਅਤੇ ਜੇ ਬਾਪੂ ਆਪਣਾ ਧਰਮ ਨਹੀਂ ਕਮਾ ਰਿਹਾ, ਅਤੇ ਅੱਜ ਹਾਲਤ ਕੀ ਹੋ ਰਹੀ ਆ? ਕਦੀ ਲੋਕ ਤਰਸਦੇ ਸੀਗੇ ਕਿ ਆਪਣੇ ਬਜ਼ੁਰਗਾਂ ਦਾ ਆਸ਼ੀਰਵਾਦ ਲਿਆ ਜਾਵੇ, ਉਹਨਾਂ ਨੂੰ ਮਾਣ ਸਤਿਕਾਰ ਦਿੱਤਾ ਜਾਵੇ, ਉਹਨਾਂ ਦੀ ਸੇਵਾ ਕੀਤੀ ਜਾਵੇ। ਜਿੰਨੀ ਸੇਵਾ ਕੀਤੀ ਜਾਵੇ ਉਨੀ ਥੋੜ੍ਹੀ ਆ। ਪਰ ਅੱਜ ਬਾਪੂਆਂ ਨੂੰ ਜਿਹੜੇ ਆ ਪਿੰਡਾਂ ਵਿੱਚ ਜਾ ਕੇ ਦੇਖ ਲਓ,
ਸ਼ਹਿਰਾਂ ਵਿੱਚ ਜਾ ਕੇ ਕੋਈ ਪੁੱਛਦਾ ਨਹੀਂ। ਇੱਕ ਵੱਖਰੇ ਸਿਸਟਮ ਬਣਾਤਾ, ਜਿੱਦਾਂ ਕੋਲਡ ਸਟੋਰ ਹੁੰਦਾ ਇੱਦਾਂ ਦੇ ਬਣਾਤਾ ਵੀ ਜਿੱਥੇ ਬਾਪੂ ਨੂੰ ਤੇ ਮਾਂ ਨੂੰ ਛੱਡਿਆ ਉਹ। ਤੇ ਕਈ ਥਾਵਾਂ 'ਤੇ ਤਾਂ ਇਹ ਹੈ ਵੀ ਜਿਹੜੇ ਅਮੀਰ ਹੈਗੇ ਆ ਆਪਣੇ ਮਾਂ ਪਿਓ ਨੂੰ ਉੱਥੇ ਛੱਡਿਆ ਹੁੰਦੇ ਤੇ ਉੱਥੇ ਫੀਸ ਦੇਈ ਜਾਂਦੇ ਵੀ ਚਲੋ ਮਾਂ ਪਿਓ ਨੂੰ ਸਾਂਭੋ, ਜਿੰਨੀ ਦੇਰ ਮਰਦੇ ਨਹੀਂ ਇੱਥੇ ਰੱਖੀ ਛੱਡੋ। ਤੇ ਕਈ ਵਿਚਾਰੇ ਇੱਦਾਂ ਦੇ ਹੈਗੇ ਆ ਜਿਨ੍ਹਾਂ ਕੋਲ ਦੇਣ ਲਈ ਵੀ ਕੁਛ ਨਹੀਂ, ਉਦੋਂ ਹੀ ਮਾਂ ਪਿਓ ਨੂੰ ਬਾਹਰ ਕੱਢ ਦਿੰਦੇ ਆ। ਕਈ ਥਾਵਾਂ 'ਤੇ ਮਾਂ ਪਿਓ ਜਿਹੜੇ ਬਜ਼ੁਰਗ ਹੋ ਗਿਆ ਰੋਂਦੇ ਆ ਵੀ ਅਸੀਂ ਕਿਹੜੇ ਐਸੇ ਭੈੜੇ ਕਰਮ ਕੀਤੇ। ਉਦੋਂ ਫਿਰ ਕਹਿੰਦੇ ਅਸੀਂ ਕਿਹੜੇ ਐਸੇ ਕਰਮ ਕੀਤੇ ਜਿਨ੍ਹਾਂ ਦੀ ਸਜ਼ਾ ਸਾਨੂੰ ਮਿਲਦੀ ਹੈ। ਪਰ ਜਦੋਂ ਕਰਮ ਕਰਨ ਦਾ ਸਮਾਂ ਸੀ, ਸ਼ਾਇਦ ਉਦੋਂ ਉਹਨਾਂ ਨੇ ਆਪਣਾ ਧਰਮ ਨਹੀਂ ਨਿਭਾਇਆ। ਤੇ ਜੇ ਉਦੋਂ ਉਹਨਾਂ ਨੇ ਆਪਣਾ ਧਰਮ ਨਿਭਾਇਆ ਹੁੰਦਾ ਤੇ ਸ਼ਾਇਦ ਅੱਜ ਉਹਨਾਂ ਨੂੰ ਉਹ ਸਜ਼ਾ ਨਹੀਂ, ਕਿਉਂਕਿ ਜਿੱਦਾਂ ਦਾ ਬੀਜਣਾ ਉੱਦਾਂ ਦਾ ਵੱਢਣਾ। ਕਰਮ ਸਾਡੇ ਧਰਮ ਜਿਹੜੇ ਆ ਦੋਨੇ ਸਾਡੇ ਨਾਲ ਚੱਲਦੇ ਆ। ਆਪਾਂ ਥੋੜ੍ਹੀ ਜਿਹੀ ਬ੍ਰੇਕ ਤੋਂ ਬਾਅਦ ਇਸੇ ਵਿਸ਼ੇ ਨੂੰ ਹੁਣ ਦੁਬਾਰਾ ਫਿਰ ਤੋਰ ਰਹੇ ਹਾਂ, ਜੋ ਬ੍ਰੇਕ ਤੋਂ ਬਾਅਦ, ਕਿ ਜੋ ਧਰਮ ਹੈ, ਜੋ ਕਰਮ ਹੈ, ਇਹ ਕਿਹੜੇ ਤਰੀਕੇ ਨਾਲ ਸਾਡੀਆਂ ਸਟੇਜਾਂ ਬਦਲਦਾ ਰਹਿੰਦਾ ਹੈ। ਤਾਂ ਕੱਲ੍ਹ ਇਸੇ ਵਿਸ਼ੇ ਦੇ ਉੱਤੇ ਅਸੀਂ ਵਿਚਾਰ ਕੀਤੀ ਸੀ ਕਿ ਸਾਡੇ ਜਿਹੜੇ ਸਮੇਂ-ਸਮੇਂ ਪੀਰ ਪੈਗੰਬਰ ਔਲੀਏ ਇਸ ਧਰਤੀ 'ਤੇ ਆਏ ਆ, ਉਹਨਾਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਆਪੋ ਆਪਣੇ ਥਾਂ 'ਤੇ ਆਪਣੇ ਧਰਮ ਨੂੰ ਕਮਾਇਆ। ਇਹ ਗੱਲ ਵੱਖਰੀ ਆ ਕਿ ਜਦੋਂ ਇਨਸਾਨੀ ਜਨਮ ਦੇ ਵਿੱਚ ਆਉਂਦੇ ਆ ਤੇ ਕਈ ਮਹਾਤਮਾ ਜਿਹੜੇ ਪੀਰ ਹੈਗੇ ਆ ਉਹ ਵੀ ਆਪਣੇ ਧਰਮ ਤੋਂ ਖੁੰਝ ਜਾਂਦੇ, ਕਿਉਂਕਿ ਇਹ ਦੁਨੀਆ ਦਾ ਇੱਕ ਸਾਗਰ ਆ। ਸਾਗਰ ਦੇ ਵਿੱਚੋਂ ਪਾਰ ਲੰਘਣਾ ਐਡਾ ਸੌਖਾ ਨਹੀਂਗਾ। ਧਰਮ ਕਮਾ ਲੈਣਾ ਵੀ ਕਹਿਣ ਵਾਲੀ ਗੱਲ ਆ, ਪਰ ਧਰਮ ਕਮਾ ਕੇ ਪਾਰ ਲੰਘ ਜਾਣਾ ਬਹੁਤ ਔਖਾ ਹੈ। ਇਸੇ ਕਰਕੇ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਦੇਵ ਜੀ ਤੋਂ ਲਾ ਕੇ 10 ਜਾਮਿਆਂ ਦੇ ਵਿੱਚ ਸਾਨੂੰ ਉਹ ਸਮੇਂ ਇਸ ਧਰਮ ਨੂੰ ਕਮਾਉਣ ਦੀ ਸਿੱਖਿਆ ਦਿੱਤੀ, ਉਦਾਹਰਨਾਂ ਦਿੱਤੀਆਂ। ਗੁਰੂ ਸਾਹਿਬਾਂ ਦੇ ਜੀਵਨ ਜਿਹੜਾ ਆ ਉਹ ਉਦਾਹਰਨਾਂ ਭਰਿਆ ਆ। ਬਹੁਤ ਹੀ ਸਾਖੀਆਂ, ਬਹੁਤ ਹੀ ਉਦਾਹਰਨਾਂ ਸਾਨੂੰ ਉਹਨਾਂ ਦੇ ਜੀਵਨ ਦੇ ਵਿੱਚੋਂ ਮਿਲੀਆਂ, ਜਿੱਥੇ ਉਹਨਾਂ ਨੇ ਆਪਣਾ ਸਾਰੇ ਦੇ ਸਾਰੇ ਧਰਮ ਨਿਭਾ ਕੇ ਸਾਨੂੰ ਦਿਖਾਲੇ ਆ। ਗੁਰੂ ਨਾਨਕ ਦੇਵ ਜੀ ਨੇ ਆਪਣੇ ਬਚਪਨ ਤੋਂ ਲਾ ਕੇ ਬੁਢਾਪੇ ਤੱਕ ਸਾਰੇ ਦੇ ਸਾਰੇ ਧਰਮ ਕਿਹੜੇ ਤਰੀਕੇ ਨਾਲ, ਕਿਉਂਕਿ ਮੈਂ ਹੁਣ ਸਾਰੀ ਸਾਖੀਆਂ ਨਹੀਂ ਸੁਣਾ ਸਕਦਾ, ਕਿਉਂਕਿ ਕਿਹੜੇ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਨੇ ਬਚਪਨ ਤੋਂ ਲਾ ਕੇ ਆਪਣੇ ਮਾਤਾ ਪਿਤਾ ਦਾ ਕਹਿਣਾ ਮੰਨ ਕੇ ਅਖੀਰ ਤੱਕ ਉਹ ਵਾਹਿਗੁਰੂ ਦੇ ਭਾਣੇ ਵਿੱਚ ਰਹਿ ਕੇ ਸਾਰੇ ਦਾ ਸਾਰਾ ਜੀਵਨ ਬਤੀਤ ਕਰਾਇਆ। ਬਹੁਤ ਵੱਡੀ ਗੱਲ ਹੈ। ਔਰ ਇਹ ਮੂਰਤ ਨੂੰ ਪੂਰਾ ਕਰਨ ਲਈ, ਇੱਕ ਇਨਸਾਨ ਨੂੰ ਪੂਰਾ ਕਰਨ ਲਈ ਉਹ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿੱਚ ਜਿਹੜੀ ਆਈ, ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੱਕ ਗਈ। ਔਰ ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਜ ਸਾਡੇ ਵਾਸਤੇ ਵਿਰਾਜਮਾਨ ਆ, ਕਿਉਂਕਿ ਸ਼ਬਦ ਗੁਰੂ ਦੇ ਰੂਪ ਵਿੱਚ ਆ। ਅਸੀਂ ਜਿਹੜੀ ਗੱਲ ਕਰਦੇ ਹਾਂ ਸਾਰੀ ਸ਼ਬਦ ਗੁਰੂ ਦੀ ਕਰਦੇ ਆ। ਅਤੇ ਸ਼ਬਦ ਗੁਰੂ ਹੀ ਜਿਹੜਾ ਹੈ ਉਹ ਕਿਸੇ ਨਾਲ ਧੋਖਾ ਨਹੀਂ ਕਰ ਸਕਦਾ, ਕਿਸੇ ਨਾਲ ਪਾਪ ਨਹੀਂ ਕਰ ਸਕਦਾ, ਜਿਹਦਾ ਆਪਣਾ ਕੋਈ ਡੇਰਾ ਨਹੀਂ ਹੈ, ਜਿਹਦਾ ਆਪਣਾ ਕੋਈ ਬਿਜ਼ਨਸ ਨਹੀਂ ਗਾ। ਹਾਂ, ਸ਼ਬਦ ਗੁਰੂ ਨੂੰ ਵਰਤ ਕੇ ਲੋਕਾਂ ਨੇ ਬਿਜ਼ਨਸ ਸ਼ੁਰੂ ਕੀਤੇ, ਆਪ ਆਪਣੇ ਡੇਰੇ ਬਣਾਏ, ਆਪ ਆਪਣਾ ਦੁਕਾਨਾਂ ਚਲਾ ਰਹੇ ਆ। ਪਰ ਸ਼ਬਦ ਗੁਰੂ ਜਿਹੜਾ ਆ ਉਹ ਬਕਾਊ ਨਹੀਂ ਗਾ। ਸ਼ਬਦ ਗੁਰੂ ਹਮੇਸ਼ਾ ਅਕਾਲ ਪੁਰਖ ਵਾਹਿਗੁਰੂ ਦੀ ਇੱਕ ਜੋਤ ਆ, ਜਿਹੜੀ ਸਾਨੂੰ ਰੋਸ਼ਨੀ ਦਿੰਦੀ ਆ, ਜਿਹੜੀ ਸਾਨੂੰ ਜੀਵਨ ਦੀ ਸੇਧ ਦੱਸਦੀ ਆ। ਇਹ ਸਾਗਰ ਦੇ ਵਿੱਚ ਰਹਿ ਕੇ ਅਸੀਂ ਬਹੁਤ ਕੁਛ ਇੱਦਾਂ ਦਾ ਕਰ ਲੈਂਦੇ ਆ ਜਿਹੜਾ ਕਿ ਸਾਨੂੰ ਨਹੀਂ ਕਰਨਾ ਚਾਹੀਦਾ। ਪਰ ਇੱਕ ਇਨਸਾਨ ਹੋਣ ਦੇ ਨਾਤੇ ਹਰ ਬੰਦਾ ਭੁੱਲਣਹਾਰ ਹੈ, ਪਰ ਸਾਨੂੰ ਫਿਰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੂੰ ਜਿਹੜਾ ਸਾਡਾ ਕਰਮ ਲਾਇਆ ਆ, ਉਸ ਕਰਮ ਨੂੰ ਅਸੀਂ ਨਿਭਾਈਏ, ਤਾਂ ਕਿ ਜਿਹੜਾ ਸਾਡਾ ਧਰਮ ਆ ਉਹ ਸਹੀ ਨਿਭ ਸਕੇ। ਸਾਡੇ ਆਉਣ ਵਾਲਾ ਜਿਹੜਾ ਮਨੋਰਥ ਆ, ਜੀਵਨ ਆ, ਉਹ ਪੂਰਾ। ਇਹਦੇ ਵਿੱਚ ਕੋਈ ਦੋ ਰਾਹਾਂ ਨਹੀਂ। ਸਾਨੂੰ ਮਾਰ ਉਦੋਂ ਪੈਂਦੀ ਆ ਕਿ ਜਦੋਂ ਅਸੀਂ ਭੁੱਲ ਜਾਂਦੇ ਹਾਂ ਕਿ ਸਾਡਾ ਕਰਮ ਆ, ਅਤੇ ਉਹ ਕਰਮ ਅਸੀਂ ਸਹੀ ਤਰੀਕੇ ਨਾਲ ਕਮਾਉਂਦੇ ਨਹੀਂਗੇ। ਇਹ ਦਿਲ ਦੇ ਵਿੱਚ ਆਪਾਂ ਨੂੰ ਪੂਰੇ ਤਰ੍ਹਾਂ ਬਿਠਾ ਲੈਣਾ ਚਾਹੀਦਾ ਕਿ ਜਿੱਦਾਂ ਦਾ ਅਸੀਂ ਬੀਜਣਾ ਉੱਦਾਂ ਦਾ ਹੀ ਵੱਢਣਾ ਹੈ, ਕਿਉਂਕਿ ਇਹ ਇੱਕ ਅਕਾਲ ਪੁਰਖ ਦਾ ਐਸਾ ਸਿਸਟਮ ਆ ਜਿਹਦੇ ਵਿੱਚ ਕਦੀ ਕਿਸੇ ਨਾਲ ਰਹਿਤ ਨਹੀਂ ਹੋ ਸਕਦੀ, ਕਦੀ ਕਿਸੇ ਨਾਲ ਧੋਖਾ ਨਹੀਂ ਹੋ ਸਕਦਾ। ਜੇ ਕੋਈ ਜਿੱਦਾਂ ਦਾ ਬੀਜੂਗਾ ਉੱਦਾਂ ਦਾ ਹੀ ਉਹਨੂੰ ਮਿਲਣਾ। ਉਹਦੇ ਵਿੱਚ ਕੋਈ ਸਿਫਾਰਿਸ਼ ਨਹੀਂ ਚੱਲਣੀ, ਉਹਦੇ ਵਿੱਚ ਕੋਈ ਰਹਿਤ ਨਹੀਂ ਹੋਣੀ। ਪਰ ਜੇ ਅਸੀਂ ਬੀਜਾਂਗੇ ਮਾੜਾ ਅਤੇ ਮੰਗਾਂਗੇ ਅੰਮ੍ਰਿਤ, ਇਹ ਹੋ ਨਹੀਂ ਸਕਣਾ। ਅਤੇ ਇੱਥੇ ਇੱਕ ਹੋਰ ਵੀ ਗੱਲ ਆ, ਇਹ ਵੀ ਨਹੀਂ ਹੈਗਾ ਕਿ ਬੀਜੇ ਕੋਈ ਹੋਰ ਅਤੇ ਖਾਵਾਂ ਮੈਂ, ਐਦਾਂ ਵੀ ਨਹੀਂ ਹੁੰਦਾ। ਪਰ ਅੱਜ ਅਸੀਂ ਧਰਮ ਕੀ ਸਮਝ ਬੈਠੇ ਹਾਂ, ਸਾਨੂੰ ਪਤਾ ਹੀ ਨਹੀਂ ਲੱਗਦਾ।
ਸਿਰਫ ਗੁਰਦੁਆਰਾ ਸਾਹਿਬ ਆ ਜਾਣੇ ਜਾਂ ਗੁਰਦੁਆਰਾ ਸਾਹਿਬ ਬਣਾ ਲੈਣੇ, ਉੱਥੇ ਵੱਡੇ ਵੱਡੇ ਅਖੰਡ ਪਾਠ ਸਾਹਿਬ ਕਰਾ ਲੈਣੇ, ਵੱਡੇ ਵੱਡੇ ਸਮਾਗਮ ਕਰਾ ਲੈਣੇ, ਠੀਕ ਹੈ, ਇਹ ਸਾਨੂੰ ਸਹਿਯੋਗ ਹੁੰਦਾ ਆ, ਸਾਨੂੰ ਸੰਗਤ ਮਿਲਦੀ ਆ ਉਹਨਾਂ ਲੋਕਾਂ ਦੀ ਜਿਹੜੇ ਚੰਗੇ ਧਰਮੀ ਹੁੰਦੇ ਆ। ਪਰ ਉਹ ਧਰਮ ਸਾਨੂੰ ਆਪ ਨੂੰ ਕਮਾਉਣਾ ਪਏ। ਸਿਰਫ ਇੱਥੇ ਹੀ ਸਾਡੀ ਵਸ ਨਹੀਂ ਹੋ ਜਾਂਦੀ। ਇਹ ਧਰਮ ਦਾ ਇੱਕ ਹਿੱਸਾ ਹੈ, ਸਾਡੇ ਕਰਮ ਦਾ ਇੱਕ ਹਿੱਸਾ ਆ। ਇਹ ਸਾਰੇ ਹਿੱਸੇ ਨਹੀਂ ਗੇ। ਸਾਨੂੰ ਸਾਰੇ ਹਿੱਸਿਆਂ ਦੇ ਵਿੱਚ ਮੁਕੰਮਲ ਹੋਵਾਂਗੇ ਤਾਂ ਸਾਡੀ ਗੱਲ ਬਣਨੀ। ਜੇ ਅਸੀਂ ਇਕੱਲੇ ਕਿਤੇ ਚੌਂਕੜੀ ਮਾਰ ਕੇ ਪਹਾੜਾਂ ਦੇ ਉੱਤੇ ਜਾ ਕੇ ਧੂਣੇ ਲਾ ਕੇ ਵਾਹਿਗੁਰੂ ਵਾਹਿਗੁਰੂ ਸਿਮਰਨ ਕਰੀ ਗਏ, ਵਾਹਿਗੁਰੂ ਵਾਹਿਗੁਰੂ ਸਿਮਰਨ ਕਰੀਏ, ਜਾਂ ਕੋਈ ਹੋਰ ਜਿਹੜਾ ਵੀ ਜਾਪ ਕਰੀ ਗਏ, ਤੇ ਤੁਸੀਂ ਕਹੋਗੇ ਵੀ ਤੁਹਾਡੇ ਕਰਮ ਪੂਰੇ ਹੋ ਗਏ, ਤੁਹਾਡਾ ਧਰਮ ਪੂਰਾ ਹੋ ਗਿਆ, ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਦਾ ਖੰਡਨ ਕੀਤਾ। ਗੁਰੂ ਨਾਨਕ ਦੇਵ ਜੀ ਤੋਂ ਵੱਧ ਹੋਰ ਕੋਈ ਨਹੀਂ ਗਾ, ਪਰ ਗੁਰੂ ਨਾਨਕ ਦੇਵ ਜੀ ਨੇ ਇਹ ਚੀਜ਼ ਦਾ ਖੰਡਨ ਕੀਤਾ ਆ ਵੀ ਜੇ ਤੁਸੀਂ ਆਪਣਾ ਧਰਮ ਕਮਾਉਣਾ ਹੈ, ਆਪਣਾ ਕਰਮ ਕਮਾਉਣਾ ਹੈ, ਤਾਂ ਤੁਹਾਨੂੰ ਗ੍ਰਸਥ ਵਿੱਚ ਰਹਿਣਾ ਪਊਗਾ। ਤੇ ਜਦੋਂ ਤੁਹਾਨੂੰ ਕਿਹਾ ਗ੍ਰਸਥ ਵਿੱਚ ਰਹਿਣਾ ਪਊਗਾ, ਤੇ ਗ੍ਰਸਥ ਦੇ ਸਾਰੇ ਕਰਮ ਜਿਹੜੇ ਆ ਉਹਨਾਂ ਨੂੰ ਸਹੀ ਤਰੀਕੇ ਨਾਲ ਕਮਾਉਣਾ ਤੁਹਾਡਾ ਧਰਮ ਹੈ। ਜੇ ਤੁਸੀਂ ਕਹੋਗੇ ਵੀ ਮੈਂ ਇਕੱਲਾ ਜਿਹੜੇ ਬੰਦੇ ਸਿਰਫ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਹੀ ਕਰਦੇ ਆ ਉਹ ਪਵਿੱਤਰ ਆ, ਜਿਹੜੇ ਬਾਕੀ ਦੇ ਆਪਣੀ ਨੌਕਰੀ ਕਰਦੇ ਜਾਂ ਬਾਕੀ ਕਿਰਤ ਕਰਦੇ ਉਹ ਪਵਿੱਤਰ ਨਹੀਂ ਹੋ ਸਕਦੇ, ਐਸਾ ਨਹੀਂ ਹੈ। ਸਾਰੇ ਪਵਿੱਤਰ ਹੋਣ ਵਾਸਤੇ ਸਾਰੇ ਕਰਮ ਜਿਹੜੇ ਆ ਉਹ ਸਾਡੇ ਪਵਿੱਤਰ ਹੋਣਗੇ ਤਾਂ ਅਸੀਂ ਉਹ ਭਵ ਜਲ ਤੋਂ ਪਾਰ ਸਕਦੇ। ਜੇ ਇਕੱਲਾ ਸਾਡੇ ਕੋਲ ਚੱਪੂ ਹੋਊਗਾ ਤਾਂ ਵੀ ਨਹੀਂ ਪਾਰ ਹੋ ਸਕਦੇ, ਜੇ ਇਕੱਲੀ ਬੇੜੀ ਹੋਊਗੀ ਤਾਂ ਵੀ ਨਹੀਂ ਪਾਰ ਹੋ ਸਕਦੇ। ਇਹ ਸਾਨੂੰ ਹਰ ਚੀਜ਼ ਦੀ ਲੋੜ ਆ। ਪਾਰ ਜ਼ਰੂਰ ਲੱਕੜ ਨੇ ਕਰਨਾ, ਪਰ ਉਹਦੇ ਵਿੱਚ ਕਿੱਲ ਲੱਗੇ ਹੁੰਦੇ ਆ, ਲੋਹੇ ਦੇ ਹੁੰਦੇ ਆ। ਇਹ ਸਮਾਜ ਦਾ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਬਣਾ ਕੇ ਦਿੱਤਾ ਆ। ਉਹਦੇ ਵਿੱਚ ਸਾਡੇ ਸੰਯੋਗ ਵਿਯੋਗ ਦੋਏ ਕਾਰ ਚਲਾਵੇ, ਲਿਖੇ ਆਵੇ ਭਾਗ। ਇਸ ਸੰਸਾਰ ਦਾ ਵਿੱਚ ਜੋ ਵੀ ਕੋਈ ਭੈਣ ਮਾਸੀ ਚਾਚੀ ਤਾਈ ਫੁੱਫੜ ਬਣਾਏ ਸਾਡੇ, ਕੋਈ ਰਿਸ਼ਤੇਦਾਰ ਬਣਾਇਆ, ਕੋਈ ਸੱਜਣ ਬਣ ਕੇ ਸਾਡੇ ਕੋਲ ਆ ਜਾਂਦਾ, ਕੋਈ ਦੁਸ਼ਮਣ ਬਣ ਕੇ ਸਾਡੇ ਕੋਲ ਵਿਛੜ ਜਾਂਦਾ ਹੈ, ਇਹ ਸਾਰਾ ਕੁਝ ਸਾਡੇ ਪੂਰਬਲੇ ਕਰਮਾਂ ਦੇ ਹਿਸਾਬ ਨਾਲ ਆ। ਪਰ ਪੂਰਬਲੇ ਕਰਮਾਂ ਦੇ ਹਿਸਾਬ ਦੇ ਨਾਲ ਤਾਂ ਸਾਡਾ ਹੈਗਾ, ਪਰ ਇਸ ਜਨਮ ਦੇ ਕਰਮਾਂ ਦੇ ਨਾਲ ਅਸੀਂ ਉਹਦੇ ਵਿੱਚ ਚੇਂਜ ਕਰ ਸਕਦੇ ਹਾਂ। ਅਸੀਂ ਪੂਰਬਲੇ ਕਰਮ ਨੂੰ ਖਤਮ ਨਹੀਂ ਕਰ ਸਕਦੇ, ਪਰ ਉਹਨਾਂ ਵਿੱਚ ਚੇਂਜ ਅਸੀਂ ਲਿਆ ਸਕਦੇ ਹਾਂ। ਜਿੱਦਾਂ ਕਹਿੰਦੇ ਸੂਲੀ ਦੀ ਸੂਲ ਅਸੀਂ ਬਣਾ ਸਕਦੇ ਹਾਂ। ਉਹ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਇਸ ਜਨਮ ਦੇ ਵਿੱਚ ਇੰਨੇ ਅਧਿਕਾਰ ਦਿੱਤੇ ਆ, ਉਹ ਸਾਨੂੰ ਉਹ ਸੋਝੀ ਦਿੱਤੀ ਆ। ਪਰ ਜੇ ਅਸੀਂ ਉਹਦਾ ਇਸਤੇਮਾਲ ਗਲਤ ਕਰਾਂਗੇ ਤੇ ਕੱਲ੍ਹ ਨੂੰ ਅਸੀਂ ਕਹੀਏ ਵੀ ਮੈਂ ਪਤਾ ਨਹੀਂ ਕੰਮ ਤਾਂ ਚੰਗੇ ਕੀਤੇ ਸੀਗੇ, ਮੈਂ ਕੋਈ ਇੱਦਾਂ ਮਾੜਾ ਕਹਿੰਦਾ ਮੈਨੂੰ ਸਜ਼ਾ ਕੇ ਨਹੀਂ, ਕੰਮ ਚੰਗੇ ਕਰੋਗੇ ਤਾਂ ਤੁਹਾਨੂੰ ਚੰਗਾ ਮਿਲੂਗਾ। ਪਰ ਜੇ ਅਸੀਂ ਮਾੜੇ ਕੰਮ ਕੀਤੇ ਤਾਂ ਉਹਦੀ ਸਜ਼ਾ ਸਾਨੂੰ ਮਿਲੂਗੀ। ਇਹ ਗੱਲ ਵੱਖਰੀ ਆ। ਸਾਨੂੰ ਉਹ ਪਤਾ ਨਹੀਂ ਲੱਗਾ ਉਦੋਂ ਜਦੋਂ ਅਸੀਂ ਕਰਮ ਕਰਦੇ ਸੀ, ਸਾਨੂੰ ਉਦੋਂ ਪਤਾ ਨਹੀਂ ਲੱਗਾ ਵੀ ਅਸੀਂ ਚੰਗੇ ਕਰਦੇ ਹਾਂ ਜਾਂ ਮਾੜੇ ਕਰਦੇ ਹਾਂ। ਇਸ ਕਰਕੇ ਅਸੀਂ ਕਹਿੰਦੇ ਹਾਂ ਮੈਂ ਤਾਂ ਕੋਈ ਮਾੜਾ ਕਰਮ ਕੀਤਾ ਨਹੀਂ, ਪਰ ਮੈਨੂੰ ਪਤਾ ਨਹੀਂ ਕਿਉਂ ਸਜ਼ਾ ਮਿਲਦੀ, ਪਰ ਜ਼ਰੂਰ ਕਿਸੇ ਨਾ ਕਿਸੇ ਕੀਤਾ ਹੁੰਦਾ ਆ। ਤਾਂ ਕਰਕੇ ਜਿੱਦਾਂ ਇੱਕ ਛੋਟੀ ਜਿਹੀ ਉਦਾਹਰਨ ਦੇ ਤੌਰ 'ਤੇ ਕੋਈ ਸਾਧੂ ਫਕੀਰ ਆ, ਉਹ ਤੁਰਿਆ ਜਾ ਰਿਹਾ ਅਤੇ ਉਹ ਦੇਖਦਾ ਕਿ ਪਿੰਡ ਦੇ ਬਾਹਰ ਇੱਕ ਝਾੜੀਆਂ ਜੀਆਂ, ਅਤੇ ਉੱਥੇ ਇੱਕ ਬਜ਼ੁਰਗ ਬੈਠਾ ਆ, ਅਤੇ ਉੱਚੀ ਉੱਚੀ ਮੈਨੂੰ ਦੇਖ ਕੇ ਰੋਣ ਲੱਗ ਪਿਆ, ਰੌਲੀ ਪਾਉਣੀ ਸ਼ੁਰੂ ਕਰਤੀ, ਮੈਂ ਮਾਰਿਆ ਗਿਆ, ਲੁੱਟਿਆ ਗਿਆ, ਤਬਾਹ ਹੋ ਗਿਆ, ਅਤੇ ਨਾਲੇ ਗਾਲਾਂ ਵੀ ਕੱਢੀ ਜਾਂਦਾ। ਅਤੇ ਉਹ ਸਾਧੂ ਸੰਤ ਮਹਾਤਮਾ ਉਹਨਾਂ ਦੇ ਕੋਲ ਗਏ ਵੀ ਬਾਬਾ ਤੈਨੂੰ ਕੀ ਹੋਇਆ, ਇਸ ਉਮਰ ਦੇ ਵਿੱਚ ਤੇਰਾ ਕੀ ਲੁੱਟਿਆ ਗਿਆ, ਤੂੰ ਬਜ਼ੁਰਗ ਆ, ਤੈਨੂੰ ਕੀ ਲੁੱਟ ਪੈ ਗਈ। ਅਤੇ ਉਹ ਸਾਹ ਨਹੀਂ ਲੈਂਦਾ ਪਿਆ, ਉਹ ਉੱਚੀ ਉੱਚੀ ਰੌਲੀ ਪਾਈ ਜਾਂਦਾ, ਮੈਂ ਬਰਬਾਦ ਹੋ ਗਿਆ, ਮੇਰੀ ਜ਼ਿੰਦਗੀ ਦੀ ਕਮਾਈ ਲੁੱਟੀ ਗਈ, ਮੈਂ ਮਾਰਿਆ ਗਿਆ, ਕਿਰਤ ਘਾਣਿਆ, ਕੁੱਤੇ ਆ, ਲੁੱਚੇ ਆ, ਜੋ ਵੀ ਉਹ ਗੁੱਸੇ ਦੇ ਵਿੱਚ ਆ ਕੇ ਜੋ ਕਹੀ ਜਾ ਰਿਹਾ। ਅਤੇ ਸਾਧੂ ਸੰਤ ਮਹਾਤਮਾ ਨੇ ਬੜੀ ਨਿਮਰਤਾ ਦੇ ਨਾਲ ਉਹਦੇ ਕੋਲ ਬੈਠੇ, ਪਿਆਰ ਦੇ ਨਾਲ ਉਹਨਾਂ ਗੱਲ ਕੀਤੀ, ਬਾਬਾ ਅਸਲੀ ਗੱਲ ਤਾਂ ਦੱਸ ਕੀ ਹੋਇਆ। ਕਹਿੰਦਾ ਜੀ ਮੈਂ ਤੁਹਾਨੂੰ ਗੱਲ ਕੀ ਦੱਸਾਂ, ਮੈਂ 65-70 ਸਾਲ ਦੀ ਉਮਰ ਹੋ ਗਈ, ਮੈਂ ਸਾਰੀ ਜ਼ਿੰਦਗੀ ਜੋ ਕਮਾਈ ਕੀਤੀ ਸਾਰੀ ਦੀ ਸਾਰੀ ਰੁੜ ਗਈ, ਸਾਰੀ ਦੀ ਸਾਰੀ ਬਰਬਾਦ ਹੋ ਗਈ, ਖਤਮ ਹੋ ਗਈ। ਅਤੇ ਮਹਾਤਮਾ ਕਹਿੰਦੇ ਬਾਬਾ ਦੱਸ ਗੱਲ ਕੀ ਹੋਈ ਆ। ਉਹ ਤਾਂ ਗੱਲ ਕੀ, ਕਹਿੰਦਾ ਮੈਂ ਛੋਟੇ ਛੋਟੇ ਬੱਚੇ ਲਿਆਂਦੇ, ਛੋਟੇ ਛੋਟੇ ਬੱਚਿਆਂ ਨੂੰ ਮੈਂ ਰੋਟੀ ਖਿਲਾਈ, ਉਹਨਾਂ ਨੂੰ ਦੁੱਧ ਪਿਲਾਇਆ, ਉਹਨੂੰ ਮਾਂ ਪਿਓ ਦਾ ਪਿਆਰ ਦਿੱਤਾ, ਉਹਨਾਂ ਨੂੰ ਮੈਂ ਪਾਲ ਕੇ ਵੱਡੇ ਕੀਤਾ, ਉਹਨਾਂ ਨੂੰ ਖੁਰਾਕਾਂ ਖਿਲਾਈਆਂ, ਅਤੇ ਅੱਜ ਉਹ ਕਹਿੰਦਾ ਮੈਨੂੰ ਲੁੱਟ ਕੇ ਚਲੇ ਗਏ, ਮੈਨੂੰ ਮਾਰ ਕੇ ਚਲੇ ਗਏ, ਨਾਲੇ ਮੈਨੂੰ ਕੁੱਟਿਆ, ਨਾਲੇ ਜਿਹੜਾ ਮੇਰਾ ਧਨ ਇਕੱਠਾ ਕੀਤਾ ਸੀ ਸਾਰਾ। ਅਤੇ ਬਾਬੇ ਨੇ ਫਿਰ ਸਾਧੂ ਸੰਤ ਮਹਾਤਮਾ ਨੇ ਪੁੱਛਿਆ ਬਾਬਾ ਕੀ ਪੜ੍ਹਾਉਂਦਾ ਰਿਹਾ ਉਹਨਾਂ ਨੂੰ, ਕੀ ਸਿਖਾਉਂਦਾ ਰਿਹਾ। ਅਤੇ ਫਿਰ ਉਹ ਰੋ ਪਿਆ, ਕਹਿੰਦਾ ਮੈਂ ਜੀ ਇੱਕ ਡਾਕੂ ਸੀ, ਲੋਕਾਂ ਦੇ ਬੱਚੇ ਚੱਕ ਲਿਆਉਣੇ, ਉਹਨਾਂ ਨੂੰ ਖਾਣਾ ਪੀਣਾ ਦੇਣਾ, ਵੱਡੇ ਕਰਨੇ, ਜਵਾਨ ਕਰਨੇ, ਉਹਨਾਂ ਨੂੰ ਡਾਕੇ ਮਾਰਨੇ ਦੱਸਣੇ, ਬਾਅਦ 'ਚ ਡਾਕਾ ਲੁੱਟ ਕੇ ਲਿਆ ਕੇ, ਅਤੇ ਆਹ ਮੈਂ ਸਾਰੀ ਉਮਰ ਕਹਿੰਦਾ ਕਰਦਾ ਰਿਹਾ। ਅਤੇ ਫਿਰ ਸਾਧੂ ਸੰਤ ਫਕੀਰ ਮਹਾਤਮਾ ਜਿਹੜਾ ਕਹਿੰਦਾ ਬਾਬਾ ਜੋ ਤੂੰ ਉਹਨਾਂ ਨੂੰ ਸਿਖਾਲਦਾ ਰਿਹਾ ਉਹਨੇ ਉਹੀ ਕੀਤਾ, ਉਹਨਾਂ ਨੇ ਕੋਈ ਨਵਾਂ ਤਾਂ ਕੰਮ ਕੀਤਾ ਨਹੀਂ। ਜੇ ਤੂੰ ਉਹਨਾਂ ਨੂੰ ਕੋਈ ਚੰਗਾ ਕੰਮ ਸਿਖਾਲਿਆ ਹੁੰਦਾ ਤਾਂ ਸ਼ਾਇਦ ਅੱਜ ਉਹ ਚੰਗਾ ਕਰਮ ਕਰਦੇ, ਪਰ ਤੂੰ ਉਹਨਾਂ ਨੂੰ ਸਿਖਾਲਿਆ ਡਾਕੇ ਮਾਰਨੇ, ਅਤੇ ਉਹਨੇ ਡਾਕਾ ਹੀ ਮਾਰਨਾ ਸੀ, ਉਹਨੇ ਡਾਕਾ ਮਾਰ ਲਿਆ,
ਇਹ ਗੱਲ ਵੱਖਰੀ ਆ ਵੀ ਉੱਥੇ ਮਾਰਨਾ ਸੀ ਜਾਂ ਉੱਥੇ ਮਾਰਨਾ ਸੀ ਜਾਂ ਤੇਰੇ ਘਰ ਮਾਰਨਾ ਸੀ, ਉਹਨਾਂ ਤਾਂ ਡਾਕਾ ਹੀ ਮਾਰਨਾ ਸੀ ਨਾ, ਤੇ ਡਾਕਾ ਉਹਨਾਂ ਨੇ ਮਾਰ ਲਿਆ। ਤੇ ਤੂੰ ਵੀ ਲੋਕਾਂ ਦੇ ਚਪੇੜਾ ਮਾਰ ਕੇ ਉਹਨਾਂ ਨੂੰ ਲੁੱਟ ਕੇ ਲਿਆ, ਤੇ ਤੇਰੇ ਚਪੇੜਾ ਮਾਰ ਕੇ ਤੈਨੂੰ ਲੁੱਟ ਕੇ ਲੱਗੇ, ਤੇ ਉਹਨਾਂ ਨੇ ਕੀ ਕੀਤਾ? ਦੋਸ਼ੀ ਤਾਂ ਤੂੰ ਆ। ਕਰਮ ਤੂੰ ਨੇ ਚੰਗਾ ਕੀਤਾ, ਧਰਮ ਤੂੰ ਨੇ ਚੰਗਾ ਕੀਤਾ, ਉਹਨਾਂ ਨੇ ਤਾਂ ਉਹੀ ਕੀਤਾ ਜੋ ਤੂੰ ਕੀਤਾ ਸੀਗਾ, ਉਹ ਜੋ ਤੂੰ ਬੀਜਿਆ ਸੀ ਉਹ ਤੂੰ ਵੱਢ ਲਿਆ। ਸੋ ਸਾਡੇ ਕਰਮਾਂ ਦਾ ਜਿਹੜਾ ਲੇਖਾ ਜੋਖਾ ਹੈ ਇਸੇ ਤਰੀਕੇ ਨਾਲ ਚੱਲਦਾ। ਸਾਨੂੰ ਨਹੀਂ ਪਤਾ ਲੱਗਦਾ ਵੀ ਅਸੀਂ ਕੀ ਕਰ ਰਹੇ ਹਾਂ ਜਾਂ ਕੀ ਨਹੀਂ ਕਰ ਰਹੇ। ਸਾਨੂੰ ਆਪਣੇ ਕਰਮ ਜਿਹੜੇ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਬਾਣੀਆਂ ਆਉਂਦੀਆਂ ਆ ਵੱਖਰੇ ਵੱਖਰੇ ਤਰੀਕੇ ਨਾਲ ਸਾਨੂੰ ਸਮਝਾਉਣ ਵਾਸਤੇ ਗੁਰੂ ਸਾਹਿਬਾਂ ਨੇ, ਭਗਤਾਂ ਨੇ ਆਪਣੇ ਜੀਵਨ ਵਿੱਚ ਬਤਾ ਕੇ ਸਾਨੂੰ ਦੱਸਿਆ। ਸਾਨੂੰ ਉਹ ਗੁਰਬਾਣੀ ਪਾਣੀ, ਸਾਡਾ ਸਿਰਫ ਇੰਨਾ ਹੀ ਮਤਲਬ ਨਹੀਂਗਾ ਵੀ ਆਪਣੇ ਕੋਲ 500 ਰੁਪਇਆ ਕੱਢਿਆ, ਅਖੰਡ ਪਾਠ ਸਾਹਿਬ ਕਰਾਇਆ, ਰਿਸ਼ਤੇਦਾਰ ਸੱਜਣ ਮਿੱਤਰਾਂ ਨੂੰ ਟੈਲੀਫੋਨ ਕੀਤੇ, ਉਹ ਆ ਗਏ, 3 ਦਿਨ ਅਖੰਡ ਪਾਠ ਸਾਹਿਬ ਚੱਲਿਆ, ਸਾਡੇ ਕੋਲ ਸਮਾਂ ਹੀ ਨਹੀਂ ਪਿਆ ਅਸੀਂ ਬਹਿ ਕੇ ਉੱਥੇ ਅਖੰਡ ਪਾਠ ਸਾਹਿਬ ਸੁਣ ਸਕੀਏ, ਉਹ ਉਸ ਬਾਣੀ ਦਾ ਕੋਈ ਲਾਭ ਲੈ ਸਕੀਏ, ਕੁਛ ਆਨੰਦ ਲੈ ਸਕੀਏ। ਅੱਜ ਤਾਂ ਇੱਥੇ ਤੱਕ ਵੀ ਹੋ ਗਿਆ ਭਾਈ ਸਾਹਿਬ ਕਈ ਵਾਰ ਬੋਲਦੇ ਨਹੀਂਗੇ, ਨਾ ਉੱਥੇ ਕੋਈ ਸੁਣਨ ਵਾਲਾ ਹੁੰਦਾ, ਨਾ ਭਾਈ ਸਾਹਿਬ ਬੋਲਦੇ ਆ, ਉਹ ਆਪਣਾ ਗੂੰਗਾ ਪਾਠ ਕਰਕੇ ਆਪਣੇ ਤਰੀਕੇ ਨਾਲ ਚਲੇ ਜਾਂਦੇ ਆ। ਪਰ ਗੁਰਬਾਣੀ ਜਿਹੜੀ ਆ ਪੜ੍ਹਨ ਦੀ ਚੀਜ਼ ਆ, ਉਹ ਸੁਣਨ ਦੀ ਚੀਜ਼ ਆ, ਉਹ ਉੱਥੇ ਬਾਅਦ ਵਿੱਚ ਅਮਲ ਕਰਨ ਦੀ ਚੀਜ਼ ਆ। ਅਤੇ ਜੇ ਪੜ੍ਹੂਗਾ ਕੋਈ ਹੋਰ, ਸੁਣੂਗਾ ਕੋਈ ਹੋਰ, ਅਮਲ ਕੋਈ ਹੋਰ ਕਰੂਗਾ, ਤੁਸੀਂ ਕਹੋਗੇ 500 ਰੁਪਇਆ ਦੇ ਕੇ ਆਪਣਾ ਧਰਮ ਕਮਾ ਲਿਆ, ਮੈਂ ਲੰਗਰ ਦੇ ਵਿੱਚ 15-16 ਚੀਜ਼ਾਂ ਦੇਤੀਆਂ, ਮੈਂ ਆਪਣਾ ਧਰਮ ਕਮਾ ਲਿਆ। ਨਹੀਂ, ਉਹ ਆਪਣੀ ਹਉਮੈ ਨੂੰ ਪੱਠੇ ਪਾਏ, ਆਪਣੀ ਮੈਂ ਨੂੰ ਪੱਠੇ ਪਾਏ। ਪਰ ਧਰਮ ਦੇ ਕਮਾਉਣ ਨਾਲ ਦੀ ਕੋਈ ਚੀਜ਼ ਨਹੀਂ ਹੋਈ। ਧਰਮ ਤਾਂ ਸਿਰਫ ਉਹਨਾਂ ਨੇ ਕਮਾ ਲਿਆ ਜਿਨ੍ਹਾਂ ਨੇ ਆ ਕੇ ਲੰਗਰ ਦੇ ਵਿੱਚ ਸੇਵਾ ਕੀਤੀ, ਜਿਨ੍ਹਾਂ ਨੇ ਆ ਕੇ ਗੁਰਦੁਆਰੇ ਝਾੜੂ ਦਿੱਤਾ, ਉਹਨਾਂ ਨੇ ਆਪਣਾ ਧਰਮ ਕਮਾ ਲਿਆ। ਲਾਹਾ ਤਾਂ ਉਹ ਲੈ ਜਾਣਗੇ, ਪਰ ਅਖੰਡ ਪਾਠ ਜਿਹੜਾ ਕਰਾਉਣ ਵਾਲਾ ਉਹ ਇਸੇ ਮਾਣ ਵਿੱਚ ਤੁਰਿਆ ਫਿਰੇ ਵੀ ਮੈਂ ਬਹੁਤ ਕੁਛ ਕਰ ਲਿਆ, ਤੇ ਕੁਛ ਨਹੀਂ ਹੋਇਆ। ਅਸੀਂ ਇਸੇ ਭੁਲੇਖੇ ਦੇ ਵਿੱਚ ਤੁਰੇ ਫਿਰਦੇ ਹਾਂ, ਸਾਡਾ ਬਹੁਤ ਕੁਛ ਇਸੇ ਭੁਲੇਖੇ ਤੁਰੇ। ਕਈ ਵਾਰੀ ਅਸੀਂ ਸੋਚਦੇ ਫਲਾਣੇ ਬਾਬੇ ਨੇ ਜੀ 51 ਪਾਠ ਅਖੰਡ ਪਾਠ ਦੀ ਲੜੀ ਚਲਾਈ ਆ, ਇੱਕ ਨੇ 101 ਇਕੱਠ ਪਾਠਾਂ ਦੀ ਲੜੀ ਚਲਾਈ ਆ। ਕੀ ਉਹ ਧਰਮ ਕਮਾਉਣ ਵਾਲੀ ਗੱਲ ਆ? ਕੀ ਉਹਨਾਂ ਨੇ ਧਰਮ ਕਮਾ ਲਿਆ? ਨਾ ਤਾਂ ਉੱਥੇ ਜਿਹੜੇ ਤੁਹਾਡੇ ਵਰਗੇ ਸੇਵਾਦਾਰ ਜਾਂਦੇ ਆ ਉਹ ਆਪਣੇ ਕੋਲ ਪੈਸੇ ਦੇਣ ਦੇ, ਬਾਬਾ ਜੀ ਨੂੰ ਆ ਲਓ ਜੀ ਇੱਕ ਅਖੰਡ ਪਾਠ ਸਾਡੇ ਵੱਲੋਂ ਕਰਾ ਦਿਓ, ਅਤੇ ਨਾ ਤਾਂ ਤੁਹਾਨੂੰ ਕੁਛ ਉਹ 'ਚੋਂ ਮਿਲਣਾ, ਅਤੇ ਨਾ ਹੀ ਉਹ ਬਾਬਾ ਜੀ ਨੂੰ ਕੁਛ ਮਿਲਣਾ। ਜਿੱਥੇ 101 ਅਖੰਡ ਪਾਠ ਸਾਹਿਬ ਚੱਲ ਰਿਹਾ, ਉੱਥੇ ਕੋਈ ਨਹੀਂ ਆਪਣੇ ਮੂੰਹ ਜ਼ੁਬਾਨ ਦੇ ਵਿੱਚੋਂ ਅਖੰਡ ਪਾਠ ਸਾਹਿਬ ਦੇ ਵਿੱਚ ਜੋ ਕੁਛ ਗੁਰਬਾਣੀ 'ਚ ਲਿਖਿਆ ਕੋਈ ਨਹੀਂ ਬੋਲ ਰਿਹਾ। ਸਾਰੇ ਦੇ ਸਾਰੇ ਛੋਟੇ ਛੋਟੇ ਥਾਂ ਦੇ ਵਿੱਚ ਜਿੱਥੇ ਮਹਾਰਾਜ ਸਵਾਰੀ ਰੱਖੀ ਆ, ਉੱਥੇ ਆਪਣਾ ਗੂੰਗਾ ਪਾਠ ਕਰੀ ਜਾ ਰਿਹਾ, ਕੋਈ ਸਰੋਤਾ ਨਹੀਂ ਗਾ ਉੱਥੇ, ਕੋਈ ਸੁਣਨ ਵਾਲਾ ਨਹੀਂ ਗਾ ਉੱਥੇ। ਅਤੇ ਐਟ ਏ ਟਾਈਮ ਤਾਂ ਇੱਕ ਗੁਰੂ ਮਹਾਰਾਜ ਦੇ ਸਰੂਪ ਤੋਂ ਅਖੰਡ ਪਾਠ ਕਰਕੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਸੁਣ ਸਕਦੀਆਂ। ਅਤੇ ਜਦ ਇੱਕ ਅਖੰਡ ਪਾਠ ਸਾਹਿਬ ਹੋ ਰਿਹਾ ਤਾਂ ਉੱਥੇ 101 ਅਖੰਡ ਪਾਠ ਦੀ ਕੀ ਲੋੜ ਹੈ? ਗੱਲ ਤਾਂ ਸੁਣਨ ਦੇ ਨਾਲ ਹੈ, ਗੱਲ ਤਾਂ ਮੰਨਣ ਦੇ ਨਾਲ ਹੈ। ਅਸੀਂ ਸੁਣਦੇ ਵੀ ਨਹੀਂ ਗੇ, ਅਸੀਂ ਮੰਨਦੇ ਵੀ ਨਹੀਂ ਗੇ, ਪਰ ਪੈਸੇ ਦੇ ਕੇ ਨਾਲੇ ਬਾਬਿਆਂ ਨੂੰ ਬੜਾਵਾ ਦੇ ਦਿੰਦੇ ਆ, ਨਾਲੇ ਬਾਬਿਆਂ ਨੂੰ ਪਤਾ ਲੱਗਦਾ ਵੀ ਸਾਡੇ ਕੋਲ 101 ਸ਼ਰਧਾਲੂ ਨੇ, 101 ਜਿਹੜਾ ਅਖੰਡ ਪਾਠ ਸਿਖਾ। ਬਾਬੇ ਆਸੇ ਪਾਸੇ ਪਿੰਡਾਂ ਦੇ ਇਕੱਠੇ ਕਰਕੇ ਟਰਾਲੀਆਂ ਭਰ ਕੇ ਅਸੀਂ ਤੁਰੀ ਜਾਂਦੇ ਹਾਂ। ਫਿਰ ਕਹਿੰਦੇ ਸਾਡੇ ਪੰਜਾਬ ਦਾ ਬਣਦਾ ਕੁਛ ਨਹੀਂ, ਸਾਡਾ ਬਣਦਾ ਕੁਛ ਨਹੀਂ। ਬਣੇ ਤਾਂ ਜੇ ਅਸੀਂ ਆਪਣੇ ਕਰਮ ਨੂੰ ਸਮਝੀਏ, ਸਾਡਾ ਕਰਮ ਕੀ ਆ। ਗੁਰੂ ਨਾਨਕ ਦੇਵ ਜੀ ਖੇਤੀ ਕਰਦੇ ਰਹੇ, ਉਹਨਾਂ ਨੂੰ ਖੇਤੀ ਕਰਨ ਦੀ ਲੋੜ ਨਹੀਂ ਗੀ। ਗੁਰੂ ਨਾਨਕ ਦੇਵ ਜੀ ਸੱਚਾ ਸੌਦਾ ਕਰਨ ਗਏ। ਗੁਰੂ ਨਾਨਕ ਦੇਵ ਜੀ 4 ਪਾਸਿਆਂ ਨੂੰ ਘੁੰਮਦੇ ਰਹੇ, ਨੰਗੇ ਪੈਰੀ ਪੈਦਲ ਜਾ ਕੇ ਕਿੱਥੇ ਕਿੱਥੇ ਜਾਂਦੇ ਰਹੇ ਗੁਰੂ ਨਾਨਕ ਦੇਵ ਜੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦਾ ਕਰਮ ਕੀ ਆ, ਅਕਾਲ ਪੁਰਖ ਵਾਹਿਗੁਰੂ ਉਹਨਾਂ ਦੀ ਡਿਊਟੀ ਕੀ ਲਾਈ ਆ। ਜੋ ਉਹਨਾਂ ਦੀ ਡਿਊਟੀ ਸੀ ਉਹ ਉਹਨਾਂ ਦਾ ਕਰਮ ਸੀ, ਉਹੀ ਉਹਨਾਂ ਦਾ ਧਰਮ ਸੀਗਾ। ਇੱਕ ਦਿਨ ਕਹਿੰਦੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀਗਾ, ਅਤੇ ਇੰਨਾ ਮੀਂਹ ਪੈ ਰਿਹਾ ਸੀਗਾ ਅਤੇ ਮਰਦਾਨਾ ਜੀ ਕਹਿੰਦੇ ਆਪਾਂ ਗੁਰੂ ਨਾਨਕ ਦੇਵ ਜੀ ਇੱਥੇ ਰੁਕ ਲਈਏ, ਇੱਥੇ ਪਿੰਡ ਹੈਗਾ, ਇੱਥੇ ਸ਼ਹਿਰ ਹੈਗਾ, ਜਦੋਂ ਮੀਂਹ ਰੁਕ ਜਾਊਗਾ ਉਦੋਂ ਆਪਾਂ ਚਲੇ ਜਾਵਾਂਗੇ। ਅਤੇ ਥੋੜ੍ਹੀ ਦੇਰ ਬਾਅਦ ਦੇਖਿਆ ਅਤੇ ਇੱਕ ਡਾਕੀਆ ਜਿਹੜਾ ਉਹਨੇ ਛਤਰੀ ਜਿਹੀ ਲਈ ਅਤੇ ਘਰ ਘਰ ਜਾ ਕੇ ਡਾਕ ਵੰਡ ਰਿਹਾ। ਅਤੇ ਗੁਰੂ ਨਾਨਕ ਦੇਵ ਜੀ ਨੇ ਮਰਦਾਨਾ ਜੀ ਤੋਂ ਪੁੱਛਿਆ, ਮਰਦਾਨਾ ਜੀ ਉਹ ਕਹਿੰਦੇ ਕੋਈ ਡਾਕੀਆ ਜੀ ਉਹਦੀ ਡਿਊਟੀ ਆ, ਉਹਦੀ ਨੌਕਰੀ ਆ ਇਹ, ਇਸ ਕਰਕੇ ਉਹਨੂੰ ਮੀਂਹ ਵਿੱਚ ਵੀ ਡਾਕ ਵੰਡਣੀ ਪੈ ਰਹੀ ਆ। ਅਤੇ ਗੁਰੂ ਨਾਨਕ ਦੇਵ ਜੀ ਨੇ ਫਿਰ ਮਰਦਾਨਾ ਜੀ ਨੂੰ ਕਿਹਾ, ਮਰਦਾਨਾ ਜੀ ਸਾਡੀ ਵੀ ਅਕਾਲ ਪੁਰਖ ਵਾਹਿਗੁਰੂ ਵੱਲੋਂ ਡਿਊਟੀ ਲੱਗੀ ਆ, ਅਸੀਂ ਵੀ ਉਹਦੇ ਡਾਕੀਏ ਹਾਂ, ਸਾਨੂੰ ਵੀ ਅਕਾਲ ਪੁਰਖ ਵਾਹਿਗੁਰੂ ਨੇ ਇਸ ਧਰਤੀ 'ਤੇ ਭੇਜਿਆ ਕਿ ਉਹਦੇ ਨਾਂ ਦਾ ਉਪਦੇਸ਼ ਅਸੀਂ ਘਰ ਘਰ ਜਾ ਕੇ ਦਈਏ। ਅਤੇ ਜੇ ਉਹ ਡਾਕੀਆ ਜਿਹਨੂੰ 10-20 ਰੁਪਏ ਤਨਖਾਹ ਮਿਲਣੀ ਆ, ਉਹ ਆਪਣੀ ਡਿਊਟੀ ਨਿਭਾ ਰਿਹਾ, ਅਤੇ ਜਿਹਨੇ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਸਾਰਾ ਜੀਵਨ ਦਿੱਤਾ, ਸਾਰੀਆਂ ਖੁਸ਼ੀਆਂ ਦਿੱਤੀਆਂ, ਅਤੇ
ਤੇ ਜੇ ਅਸੀਂ ਆਪਣੀ ਡਿਊਟੀ ਨਹੀਂ ਨਿਭਾਵਾਂਗੇ ਇਹਦਾ ਮਤਲਬ ਅਸੀਂ ਆਪਣਾ ਧਰਮ ਨਹੀਂ ਨਿਭਾ ਰਹੇ। ਤੇ ਸਾਨੂੰ ਵੀ ਆਪਣਾ ਧਰਮ ਨਿਭਾਉਣਾ ਚਾਹੀਦਾ, ਆਪਣੀ ਡਿਊਟੀ ਨਿਭਾਉਣੀ ਚਾਹੀਦੀ ਹੈ। ਤੇ ਜਦੋਂ ਅਸੀਂ ਆਪਣਾ ਧਰਮ ਨਿਭਾਵਾਂਗੇ, ਆਪਣੀ ਡਿਊਟੀ ਨਿਭਾਵਾਂਗੇ, ਤੇ ਖੁਸ਼ੀਆਂ ਜਿਹੜੀਆਂ ਸਾਡੇ ਅੱਗੇ ਪਿੱਛੇ ਤੁਰੀਆਂ ਫਿਰਨਗੀਆਂ। ਇਹ ਮਾਇਆ ਜਿਹੜੀ ਆ ਸਾਡੀ ਦਾਸੀ ਹੁੰਦੀ ਆ, ਅਕਾਲ ਪੁਰਖ ਵਾਹਿਗੁਰੂ ਦੇ ਹਿਸਾਬ ਨਾਲ ਸਿੰਘਾਂ ਦੀ ਦਾਸੀ ਹੈ, ਭਗਤਾਂ ਦੀ ਦਾਸੀ ਹੈ। ਰਾਮ ਕੀ ਬਾਂਦੀ ਭਗਤ ਛਡਾਵੇ, ਭਗਤ ਕੀ ਬਾਂਦੀ ਛੂਟੇ ਨੂੰ। ਭਗਤ ਉਹੀ ਹੁੰਦਾ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਰਹਿ ਕੇ ਉਹ ਡਿਊਟੀ ਨਿਭਾਉਂਦਾ, ਉਹ ਭਗਤ ਹੁੰਦਾ। ਜਿੱਥੇ ਤੁਸੀਂ ਆਪਣਾ ਨੱਕ ਰੱਖਣ ਲਈ, ਆਪਣੀ ਮੈਂ ਰੱਖਣੀ, ਆਪਣੀ ਜਾਤ ਰੱਖਣ ਲਈ, ਆਪਣੀ ਹਉਮੈ ਰੱਖਣ ਲਈ, ਆਪਣੀ ਜਥੇਬੰਦੀ ਰੱਖਣ ਲਈ, ਆਪਣਾ ਗੁਰਦੁਆਰਾ ਵੱਡਾ ਦੱਸਣ ਲਈ ਕੁਛ ਨਾ ਕੁਛ ਕਾਰਜ ਕਰੋਗੇ, ਉੱਥੇ ਉਹ ਡਿਊਟੀ ਤੋਂ ਤੁਸੀਂ ਖੁੰਝ ਜਾਓਗੇ। ਤੁਹਾਡੀ ਸਾਡੀ ਸਿਰਫ ਡਿਊਟੀ ਇੰਨੀ ਹੋਗੀ ਕਿ ਅਸੀਂ ਜੋ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਉੱਤੇ ਕਰਮ ਕਮਾਇਆ, ਸਾਨੂੰ ਇਹ ਸੁੰਦਰ ਦੇਹ ਦਿੱਤੀ ਹੈ, ਸਾਨੂੰ ਇਹ ਜੀਵਨ ਦਿੱਤਾ ਹੈ, ਇਹ ਜੀਵਨ ਦੇ ਵਿੱਚ ਅਸੀਂ ਕਿੱਦਾਂ ਵਿਚਰਨਾ ਹੈ, ਅਤੇ ਅਕਾਲ ਪੁਰਖ ਵਾਹਿਗੁਰੂ ਨੇ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਿੱਦਾਂ ਕਰਨਾ ਹੈ। ਅਸੀਂ ਜਦੋਂ ਸ਼ੁਕਰਾਨਾ ਨਹੀਂ ਕਰਦੇ ਉਹਦੀਆਂ ਦਿੱਤੀਆਂ ਦਾਤਾਂ ਦਾ, ਅੱਜ ਕੀ ਦੌੜ ਲੱਗ ਗਈ ਆ, ਅੱਜ ਇੱਕ ਹੋਰ ਦੌੜ ਬਹੁਤ ਭੈੜੀ ਲੱਗੀ ਆ। ਇੱਕ ਬੱਚਾ ਉਹ ਪੜ੍ਹਨ ਲੱਗਦਾ, ਉਹ ਪੜ੍ਹਦਾ ਇੱਥੇ ਤੱਕ ਪਹੁੰਚ ਜਾਂਦਾ ਕਿ ਉਹਦੀ ਜਿਹੜੀ ਵਿਆਹ ਦੀ ਤਰੀਕ ਆ, ਉਹਦੇ ਵਿਆਹ ਦੇ ਦਿਨ ਆ, ਉਹ ਵਿਆਹ ਦੀ ਡੇਟ ਆ, ਜੋ ਕੁਛ ਹੀ ਸਾਰਾ ਕੁਛ ਲੰਘ ਜਾਂਦਾ। ਉਹ ਇਹੀ ਕਹੀ ਜਾਂਦਾ, ਮੈਂ ਹਜੇ ਪੜ੍ਹਨਾ, ਮੈਂ ਹਜੇ ਸਟੈਂਡ ਹੋਣਾ, ਮੈਂ ਹਜੇ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ, ਮੈਂ ਉਦੋਂ ਬਾਅਦ ਸੋਚਾਂਗਾ, ਉਦੋਂ ਬਾਅਦ ਵਿਆਹ ਦੀ ਗੱਲ ਕਰਾਂਗੇ। ਅਤੇ ਅੱਜ ਸਮਾਜ ਦੇ ਵਿੱਚ ਜਿੱਥੇ ਡਿਵੋਰਸ ਹੋਣ ਦੀ ਨੀਤੀ ਇੰਨੀ ਚੱਲ ਰਹੀ ਆ, ਉੱਥੇ ਇਹ ਵੀ ਇੱਕ ਬਹੁਤ ਵੱਡਾ ਕਾਰਨ ਆ। ਇਹਦਾ ਮਤਲਬ ਉਹਨਾਂ ਨੂੰ ਇਹ ਪਤਾ ਹੀ ਨਹੀਂ ਗਾ ਕਿ ਜਨਮ ਮਿਲਿਆ ਕਾਹਦੇ ਵਾਸਤੇ। ਜਨਮ ਦਾ ਇਹ ਮਨੋਰਥ ਨਹੀਂ ਗਾ ਵੀ ਤੁਸੀਂ 25-30 ਸਾਲ ਤੱਕ ਪੜ੍ਹਦੇ ਰਹੋ ਅਤੇ ਪੜ੍ਹ ਕੇ ਫਿਰ ਤੁਸੀਂ ਨੌਕਰੀ ਕਰੋ। ਗੁਰਸਿੱਖੀ ਵਿੱਚ ਇਹਦਾ ਕੋਈ ਮਹੱਤਤਾ ਨਹੀਂ ਹੈਗੀ। ਤੁਹਾਨੂੰ ਗੁਰੂ 'ਤੇ ਭਰੋਸਾ ਆ, ਠੀਕ ਆ, ਦੁਨੀਆ ਦੀ ਪੜ੍ਹਾਈ, ਦੁਨਿਆਵੀ ਪੜ੍ਹਾਈ ਅਸੀਂ ਕਰਨੀ ਆ, ਦੁਨੀਆ ਦੇ ਨਾਲ ਮਿਲ ਕੇ ਅਸੀਂ ਚੱਲਣਾ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਗਿਆ, ਕਿਸੇ ਪਾਸੇ ਸਿੱਖ ਦੇ ਪਿੱਛੇ ਨਹੀਂ ਰਹਿਣਾ। ਪਰ ਇਹਦਾ ਮਤਲਬ ਇਹ ਨਹੀਂ ਗਾ ਕਿ ਜਿਹੜਾ ਤੁਹਾਡੇ ਬਾਕੀ ਦੇ ਕਰਮ ਆ ਉਹਨਾਂ ਨੂੰ ਤੁਸੀਂ ਭੁੱਲ ਜਾਓ। ਜੇ ਤੁਸੀਂ ਬਾਕੀ ਦੇ ਕਰਮ ਭੁੱਲ ਗਏ ਅਤੇ ਸਿਰਫ ਪੜ੍ਹਨਾ ਹੀ ਆਪਣਾ ਮਕਸਦ ਰੱਖਿਆ, ਅਤੇ ਇਹਦਾ ਮਤਲਬ ਜੀਵਨ ਦਾ ਵਿਅਰਥ ਹੋ ਜਾਊਗਾ। ਬਹੁਤ ਸਾਰੇ ਦੇਖਿਆ 30-30, 35-35 ਸਾਲ ਤੱਕ ਪੜ੍ਹਦੇ ਆ, ਬਾਅਦ 'ਚ ਉਹਨਾਂ ਦਾ ਨਾ ਪਰਿਵਾਰਕ ਜੀਵਨ ਰਹਿੰਦਾ, ਨਾ ਮਾਂ ਪਿਓ ਉਹਨਾਂ ਦੇ ਖੁਸ਼ ਰਹਿੰਦੇ ਆ, ਨਾ ਉਹਨਾਂ ਦੇ ਰਿਸ਼ਤੇਦਾਰ ਖੁਸ਼ ਰਹਿੰਦੇ ਆ, ਅਤੇ ਨਾ ਹੀ ਉਹਨਾਂ ਦਾ ਆਪਣਾ ਕੋਈ ਜੀਵਨ ਹੁੰਦਾ, ਨਿਰਾਸ਼ਤਾ ਭਰਿਆ ਜੀਵਨ ਹੁੰਦਾ। ਜੇ ਮੰਨ ਲਓ ਤਾਂ 30-35 ਸਾਲ ਪੜ੍ਹ ਕੇ ਉਹਨਾਂ ਨੂੰ ਕੋਈ ਚੰਗੀ ਨੌਕਰੀ ਮਿਲ ਗਈ ਵੀ ਗਈ, ਕਿ ਪੈਸੇ ਜ਼ਿਆਦਾ ਮਿਲ ਜਾਣਗੇ ਨਾ, ਹੋਰ ਤਾਂ ਕੁਛ ਨਹੀਂ ਮਿਲਣ ਲੱਗਾ। ਕੋਠੀ ਮਿਲ ਜੂਗੀ, ਹੋਰ ਕੀ ਮਿਲ ਜੂਗਾ, ਕਾਰ ਮਿਲ ਜੂਗੀ, 4-5 ਨੌਕਰ ਮਿਲ ਜਾਣਗੇ, ਪਰ ਅੰਦਰੂਨੀ ਸਕੂਨ ਕੌਣ ਲਿਆ ਕੇ ਦਊਗਾ? ਜਿਹੜਾ ਮਾਤਾ ਪਿਤਾ ਦਾ ਪਿਆਰ ਮਿਲਣਾ ਸੀ, ਜਿਹੜਾ ਬੱਚਿਆਂ ਦਾ ਪਿਆਰ ਮਿਲਣਾ ਸੀ, ਜਿਹੜਾ ਬੀਵੀ ਦਾ ਪਿਆਰ ਮਿਲਣਾ ਸੀ, ਜੋ ਉਹ ਕੌਣ ਲਿਆ ਕੇ ਦਊਗਾ ਤੁਹਾਨੂੰ? ਉਹ ਕਿੱਥੋਂ ਮਿਲ ਲੂਗਾ? ਉਹ ਨਹੀਂ ਮਿਲ ਸਕਦਾ। ਉਹ ਪੈਸਿਆਂ ਨਾਲ ਨਹੀਂ ਖਰੀਦਿਆ ਜਾਂਦਾ, ਉਹ ਕੋਠੀਆਂ ਕਾਰਾਂ ਨਾਲ ਨਹੀਂ ਖਰੀਦਿਆ ਜਾਂਦਾ, ਲਾਲ ਬੱਤੀ ਲਾ ਕੇ ਨਹੀਂ ਮਿਲਦਾ। ਪਿਆਰ ਸਤਿਕਾਰ ਜਿਹੜਾ ਆ, ਉਹ ਪਿਆਰ ਸਤਿਕਾਰ ਬੀਜ ਕੇ ਮਿਲਦਾ ਹੈ, ਕਿਉਂਕਿ ਜਿੱਦਾਂ ਦਾ ਬੀਜਣਾ ਉੱਦਾਂ ਦਾ ਵੱਢਣਾ ਹੈ। ਅਤੇ ਜਦੋਂ ਤੁਸੀਂ ਲਾਲ ਬੱਤੀ ਵਾਲੀ ਕਾਰ 'ਚ ਤਾਂ ਬਹਿ ਸਕਦੇ ਆ, ਪਰ ਜਿਹੜੇ ਸੱਜਣ ਮਿੱਤਰ ਸੜਕਾਂ 'ਤੇ ਖੜ੍ਹੇ ਆ, ਤੁਹਾਡੇ ਨਾਲ ਪਿਆਰ ਕਰਨਾ ਚਾਹੁੰਦੇ, ਤੁਹਾਨੂੰ ਮਿਲਣਾ ਚਾਹੁੰਦੇ, ਉਹਨਾਂ ਨੂੰ ਤੁਸੀਂ ਮਿਲ ਹੀ ਨਹੀਂ ਸਕਦੇ, ਉਹਨਾਂ ਨਾਲ ਤੁਹਾਡੀ ਗੱਲ ਨਹੀਂ ਕਰ ਸਕਦੇ, ਤੁਹਾਡੇ ਘਰ ਨਹੀਂ ਕੋਈ ਆ ਸਕਦਾ, ਅਤੇ ਫਿਰ ਤੁਹਾਨੂੰ ਮਾਣ ਅਤੇ ਸਤਿਕਾਰ ਕਿੱਥੋਂ ਮਿਲ ਜੂਗਾ? ਇਹ ਬੜੇ ਬੜੇ ਲੋਕ ਜਿਹੜੇ ਤੁਸੀਂ ਕਾਰਾਂ 'ਚ ਵਿੱਚ, ਗੱਡੀਆਂ ਦੇ ਵਿੱਚ ਤੁਰੇ ਫਿਰਦੇ ਦੇਖਦੇ ਆ, ਇਹਨਾਂ ਦਾ ਪਰਿਵਾਰਕ ਜੀਵਨ ਜਿਹੜਾ ਆ ਐਡਾ ਵਧੀਆ ਨਹੀਂ ਹੁੰਦਾ। ਇਹ ਗੱਲ ਵੱਖਰੀ ਆ ਕਿ ਕਿਸੇ ਕਰੋੜਾਂ ਖਰਬਾਂ ਦੇ ਵਿੱਚੋਂ ਕਿਸੇ ਨੇ ਭਗਤੀ ਕੀਤੀ ਹੋਵੇ ਅਤੇ ਉਹ ਰਾਜੇ ਦੇ ਰੂਪ ਵਿੱਚ ਆ ਕੇ ਉਹਨੂੰ ਮਾਣ ਸਤਿਕਾਰ ਮਿਲ ਜਾਵੇ, ਉਹ ਕੁਦਰਤੀ ਬਖਸ਼ਿਸ਼ ਆ, ਬਹੁਤ ਵੱਡੇ ਕਰਮਾਂ ਵਾਲਾ। ਲੇਕਿਨ ਆਮ ਤੌਰ 'ਤੇ ਲਿਖਿਆ ਗਿਆ ਰਾਜੋ ਨਰਕੇ ਮਿਲਦਾ, ਅਤੇ ਰਾਜੋ ਨਰਕ ਮਿਲਣ ਦਾ ਮਤਲਬ ਇਹ ਆ ਕਿ ਉਹ ਬੰਦਾ ਜਿਹੜਾ ਉਹਦੇ ਜਿਹੜੇ ਦੂਸਰੇ ਕਰਮ ਆ ਉਹਨਾਂ ਤੋਂ ਖੁੰਝ ਜਾਂਦਾ, ਜਿਹੜਾ ਉਹਦਾ ਅਸਲੀ ਧਰਮ ਆ ਉਹ ਪੂਰਾ ਨਹੀਂ ਕਰਦਾ। ਅੱਜ ਰਾਜੇ ਸ਼ੀਹ ਮੁਕੱਦਮ ਕੁੱਤੇ ਹੋ ਗਏ। ਅੱਜ ਰਾਜੇ ਜਿਹੜੇ ਆਪਣਾ ਧਰਮ ਨਹੀਂ ਨਿਭਾ ਰਹੇ। ਰਾਜੇ ਦਾ ਧਰਮ ਆ ਦੂਸਰੇ ਨੂੰ, ਆਪਣੀ ਜਨਤਾ ਨੂੰ ਇਨਸਾਫ ਦੇਣਾ, ਤਾਂ ਕਿ ਉਸ ਇਨਸਾਫ ਦੇ ਵਿੱਚ ਉਹਨਾਂ ਨੂੰ ਸੁੱਖ ਮਿਲ ਸਕੇ, ਉਹਦੇ ਰਾਜ ਵਿੱਚੋਂ ਉਹ ਸੁਖੀ ਜੀਵਨ ਬਤੀਤ ਕਰ ਸਕਣ, ਹਰ ਬੰਦੇ ਨੂੰ ਬਰਾਬਰਤਾ ਮਿਲੇ। ਪਰ ਅੱਜ ਦੇ ਰਾਜ ਵਿੱਚ ਤਾਂ ਐਸਾ ਕੁਛ ਨਹੀਂ ਲੱਭਦਾ। ਅੱਜ ਤਾਂ ਇਹ ਦੇਖਿਆ ਜਾਂਦਾ ਵੀ ਕਿਹੜੇ ਤਰੀਕੇ ਨਾਲ ਕਿਸੇ ਦੇ ਹੱਕ ਮਾਰੇ ਜਾਣ, ਕਿਹੜੇ ਤਰੀਕੇ ਨਾਲ ਕਿਸੇ ਦੇ ਹੱਕ ਖੋਏ ਜਾਣ, ਤਾਂ ਕਿ ਮੇਰੀ ਕੁਰਸੀ ਜਿਹੜੀ ਸਲਾਮਤ ਰਹੇ। ਜੇ ਮੇਰੀ ਕੁਰਸੀ ਸਲਾਮਤ ਆ ਤਾਂ ਸਾਰਾ ਕੁਝ ਸਲਾਮਤ ਆ।
ਆਪਣੇ ਕਰਮਾਂ ਦੇ ਨਾਲ ਆਪਣਾ ਜੀਵਨ ਨਹੀਂ ਬਣਾਉਂਦੇ, ਆਪਣੇ ਧਰਮ ਕਮਾਉਣ ਦੇ ਨਾਲ ਆਪਣਾ ਜੀਵਨ ਨਹੀਂ ਬਣਾਉਂਦੇ, ਪਰ ਕੁਰਸੀ ਦੇ ਨਾਲ ਆਪਣਾ ਜੀਵਨ ਬੰਨ੍ਹਿਆ ਹੈ। ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਵਿੱਚ ਵੀ ਇਹੀ ਕੁਛ ਹੀ ਚੱਲਦਾ। ਬਹੁਤ ਸਾਰੇ ਲੋਕ ਜਿਨ੍ਹਾਂ ਦਾ ਆਪਣਾ ਕੋਈ ਜੀਵਨ ਨਹੀਂ ਹੁੰਦਾ, ਆਪਣੀ ਕੋਈ ਕਮਾਈ ਨਹੀਂ ਹੁੰਦੀ, ਆਪਣਾ ਕੋਈ ਹੋਰ ਸਤਿਕਾਰ ਨਹੀਂ ਹੁੰਦਾ, ਜਿਹਦਾ ਆਪਣਾ ਕੋਈ ਨਾਂ ਨਹੀਂ ਹੁੰਦਾ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਆਉਣ ਦੀ ਕੋਸ਼ਿਸ਼ ਕਰਦਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਆ ਕੇ ਮੈਂ ਆਪਣੀ ਹੋਂਦ, ਆਪਣਾ ਨਾਂ ਬਣਾ ਸਕਾਂ। ਪਰ ਅਸਲ ਵਿੱਚ ਤਾਂ ਉਹ ਸੇਵਾ ਦਾ ਕੁੰਭ ਆ, ਅਤੇ ਸੇਵਾ ਕਮੇਟੀ ਤੋਂ ਬਾਹਰ ਰਹਿ ਕੇ ਵੀ ਹੋ ਸਕਦੀ ਆ। ਪਰ ਚਲੋ, ਜੇ ਤੁਸੀਂ ਕਮੇਟੀ ਵਿੱਚ ਆ ਹੀ ਗਏ ਆ ਤਾਂ ਕਮੇਟੀ ਵਿੱਚ ਆ ਕੇ ਤੁਸੀਂ ਇੰਨੀ ਸੇਵਾ ਕਰੋ ਕਿ ਤੁਸੀਂ ਲਾਭ ਲੈ ਸਕੋ, ਤੁਹਾਡਾ ਜਨਮ ਸਫਲਾ ਹੋ ਸਕੇ। ਪਰ ਤੁਸੀਂ ਦੇਖਦੇ ਹੀ ਸਾਰੇ ਗੁਰੂ ਘਰਾਂ ਦੇ ਵਿੱਚ ਕੀ ਹੁੰਦਾ, ਹਫ਼ਤੇ 'ਚ ਇੱਕ ਵਾਰੀ ਆਉਂਦੇ, ਉਹ ਵੀ ਕਦੀ ਕਦੀ ਆ ਗਏ ਤਾਂ ਆ ਗਏ, ਜਾਂ ਜਦੋਂ ਕਿਤੇ ਮੀਟਿੰਗਾਂ ਜਾਂ ਜਦੋਂ ਕਿਤੇ ਇਲੈਕਸ਼ਨ ਹੁੰਦੇ ਉਦੋਂ ਤਾਂ ਆਏ। ਸਿਰਫ ਆਪਣਾ ਨਾਂ ਦੱਸਣ ਲਈ ਪਬਲਿਕ ਵਿੱਚ ਆਪਣਾ ਦੱਸ ਮੈਂ ਫਲਾਣੇ ਗੁਰਦੁਆਰੇ ਦਾ ਪ੍ਰਧਾਨ ਹਾਂ, ਮੈਂ ਫਲਾਣੇ ਗੁਰਦੁਆਰੇ ਦਾ ਸੈਕਟਰੀ ਹਾਂ। ਇਹਦੇ ਵਿੱਚੋਂ ਸਾਡਾ ਧਰਮ ਨਹੀਂ ਕਮਾਇਆ ਜਾ ਸਕਦਾ। ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਕਰਮ ਦੇ ਤੋਂ ਵਾਂਝੇ ਰਹਿ ਜਾਂਦੇ ਹਾਂ। ਅਤੇ ਸਾਡਾ ਫਰਜ਼ ਬਣਦਾ ਕਿ ਅਸੀਂ ਜਿਹੜਾ ਆਪਣਾ ਕਰਮ ਆ, ਅਕਾਲ ਪੁਰਖ ਵਾਹਿਗੁਰੂ ਨੂੰ ਜਿਹੜੀ ਸਾਡੀ ਡਿਊਟੀ ਲਾਈ ਆ, ਉਹ ਡਿਊਟੀ ਨੂੰ ਪੂਰਾ ਕਰੀਏ। ਉਸ ਡਿਊਟੀ ਨੂੰ ਪੂਰਾ ਕਰਨਾ ਹੀ ਸਾਡਾ ਧਰਮ ਹੈ। ਅਤੇ ਜੇ ਅਸੀਂ ਉਸ ਡਿਊਟੀ ਨੂੰ ਪੂਰਾ ਨਹੀਂ ਕਰਦੇ, ਜਾਂ ਉਹ ਕਿਸੇ ਸਟੇਜ ਦੇ ਵਿੱਚ ਹੀ ਹੈਗੇ ਆ, ਜੇ ਟੀਚਰ ਜਿਹੜਾ ਆ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਨਹੀਂ ਪੜ੍ਹਾ ਰਿਹਾ, ਉਹ ਕਹਿੰਦਾ ਵੀ ਮੈਂ ਬੱਚਿਆਂ ਨੂੰ ਇੱਥੇ ਥੋੜ੍ਹਾ ਬਹੁਤਾ ਇੱਦਾਂ ਪੜ੍ਹਾ ਰਿਹਾ, ਬਾਕੀਆਂ ਨੂੰ ਮੈਂ ਟਿਊਸ਼ਨ ਦੇ ਵਿੱਚ ਪੜ੍ਹਾਊਂਗਾ, ਇਹਦਾ ਮਤਲਬ ਉਹ ਵੀ ਆਪਣਾ ਧਰਮ ਜਿਹੜਾ ਉਹ ਨਹੀਂ ਨਿਭਾ ਰਿਹਾ। ਧਰਮ ਨਿਭਾਉਣਾ ਜਿਹੜਾ ਆ ਉਹ ਸਿਰਫ ਕਰਮਾਂ ਦੇ ਉੱਤੇ ਡਿਪੈਂਡ ਕਰਦਾ। ਜਿਹੋ ਜਿਹੇ ਤੁਸੀਂ ਕਰਮ ਕਰੋਗੇ ਉਹੋ ਜਿਹਾ ਤੁਹਾਡਾ ਧਰਮ ਹੋਊਗਾ, ਉਹੋ ਜਿਹਾ ਤੁਸੀਂ ਨਿਭਾ ਲਓ, ਉਹੋ ਜਿਹਾ ਸਾਨੂੰ ਉਹਦਾ ਫਲ ਮਿਲੂਗਾ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਆ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈਗੇ ਆ, ਮੈਂ ਬਾਰ-ਬਾਰ ਇਸੇ ਕਰਕੇ ਬੇਨਤੀ ਕਰਦਾ ਹੁੰਦਾ ਕਿ ਜਿਹੜੇ ਸਾਡੇ ਮੇਰੇ ਵੀਰ ਕਿਸੇ ਨਾ ਕਿਸੇ ਤਰੀਕੇ ਨਾਲ ਭਟਕ ਕੇ ਕਬਰਾਂ 'ਤੇ ਜਾ ਕੇ ਮੱਥਾ ਟੇਕਦੇ, ਕਬਰਾਂ 'ਤੇ ਮੱਥਾ ਟੇਕਣ ਦੇ ਨਾਲ ਨਾ ਤਾਂ ਤੁਹਾਡਾ ਕੋਈ ਕਰਮ ਕਮਾਇਆ ਜਾ ਰਿਹਾ, ਨਾ ਉਹ ਤੁਹਾਡਾ ਧਰਮ ਜਾਤ ਦਿੰਦਾ। ਕੋਈ ਉੱਥੋਂ ਕੁਛ ਵੀ ਪ੍ਰਾਪਤੀ ਨਹੀਂ ਹੋਈ, ਤੁਸੀਂ ਆਪਣਾ ਜੀਵਨ ਵੇਸਟ ਕਰ ਰਹੇ ਹੋ। ਉਹ ਤੁਸੀਂ ਆਪਣਾ ਜੀਵਨ ਜਿਹੜਾ ਆ, ਆਪਣੇ ਜੀਵਨ ਦੇ ਜਿਹੜੇ ਪਾਲੇ ਆ, ਉਹਨਾਂ ਨੂੰ ਖਰਾਬ ਕਰ ਰਹੇ ਆ। ਅਤੇ ਸੇਮ ਉਹੀ ਗੱਲ ਜਿਹੜੀ ਆ ਤੁਸੀਂ ਡੇਰਿਆਂ ਦੇ ਵਿੱਚ ਜਾ ਕਰਦੇ ਆ। ਡੇਰਿਆਂ ਦੇ ਵਿੱਚ ਵੀ ਉਹ ਕਰਮ ਨਹੀਂ ਹੋ ਰਿਹਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕਹਿ ਰਹੇ ਆ। ਡੇਰਿਆਂ ਦੇ ਵਿੱਚ ਜਾ ਕੇ ਤੁਸੀਂ ਆਪਣੀ ਹੁਮੇ ਪੈਦਾ ਕਰਦੇ ਆ, ਆਪਣੇ ਬਾਬੇ ਦੀ ਹੁਮੇ ਪੈਦਾ ਕਰਦੇ ਆ, ਜੋ ਚੁਗਲੀ ਨਹੀਂ ਦਾ ਕਰਦੇ ਜੀ, ਕਹਿੰਦੇ ਅਸੀਂ ਉੱਥੇ ਬੜੀ ਸ਼ਾਂਤੀ ਹੁੰਦੀ ਆ। ਜਿੱਥੇ ਕਿਸੇ ਨੂੰ ਬੋਲਣ ਦਾ ਅਧਿਕਾਰ ਹੀ ਨਹੀਂ, ਉੱਥੇ ਤਾਂ ਸ਼ਾਂਤੀ ਆਟੋਮੈਟਿਕ ਹੋ ਜਾਣੀ। ਪਰ ਅਸਲ ਗੱਲ ਤਾਂ ਇਹ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜਦੋਂ ਤੁਸੀਂ ਹਰਿਮੰਦਰ ਸਾਹਿਬ ਜਾਂਦੇ ਆ, ਤੁਸੀਂ ਆਪਣੀ ਸ਼ਰਧਾ ਦੇ ਨਾਲ ਜੋ ਕੁਛ ਵੀ ਲੈ ਕੇ ਜਾਂਦੇ, ਜੋ ਕੁਛ ਵੀ ਸੋਚ ਕੇ ਜਾਂਦੇ ਆ, ਅਕਾਲ ਪੁਰਖ ਵਾਹਿਗੁਰੂ ਜਿਹੜਾ ਆ ਤੁਹਾਡੇ ਕੁਛ ਕਹਿਣ ਤੋਂ ਬਗੈਰ, ਤੁਹਾਡੇ ਕੁਛ ਦੇਣ ਤੋਂ ਬਗੈਰ ਤੁਹਾਡੀ ਮਨਸ਼ਾ ਜਿਹੜੀ ਆ ਉਹ ਪੂਰੀ ਕਰ ਦਿੰਦਾ ਹੈ। ਉਹਦੇ ਵਿੱਚ ਕੋਈ ਕਮੀ ਨਹੀਂ ਰਹਿੰਦੀ। ਪਰ ਜੇ ਅਸੀਂ ਆਪਣੀ ਸ਼ਰਧਾ ਜਿਹੜੀ ਆ ਅਕਾਲ ਪੁਰਖ ਵਾਹਿਗੁਰੂ 'ਤੇ ਪੂਰੀ ਬਣਾਈ ਹੋਵੇ, ਪੂਰੀ ਰੱਖੀ ਹੋਵੇ, ਅਤੇ ਜਦੋਂ ਅਸੀਂ ਆਪਣੀ ਸ਼ਰਧਾ ਜਿਹੜੀ ਆ ਉਹ ਭੜਕਾਈ ਰੱਖਦੇ ਹਾਂ, ਕਦੀ ਕਿਸੇ ਡੇਰੇ 'ਤੇ, ਕਦੀ ਕਿਸੇ ਬਾਬੇ ਕੋਲ, ਕਦੀ ਕਿਸੇ ਮਾਤਾ ਦੇ ਕੋਲ, ਕਦੀ ਕਿਸੇ ਪਰਬਤ 'ਤੇ ਜਾ ਕੇ, ਕਦੀ ਕਿਸੇ ਯਾਤਰਾ 'ਤੇ ਜਾ ਕੇ, ਅਤੇ ਵੀ ਅਸੀਂ ਉਸ ਚੱਕਰ ਦੇ ਵਿੱਚ ਕੋਈ ਵੀ ਫਿਰਦੇ ਰਿਹਾ। ਪਰ ਉਹਦਾ ਸਾਡੇ ਨਾ ਤਾਂ ਸਾਡੇ ਕਰਮ ਨਾਲ ਕੋਈ ਮਤਲਬ ਰਹਿੰਦਾ, ਨਾ ਸਾਡੇ ਧਰਮ ਨਾਲ ਕੋਈ ਮਤਲਬ ਰਹਿੰਦਾ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਗੱਲ ਬਹੁਤ ਸਿਰੇ ਦੀ ਆਖੀ ਆ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨੇ। ਦੇਖੋ ਕਿੱਡੀ ਵੱਡੀ ਗੱਲ ਆ। ਸਿੱਖ ਬਣਨ ਵਾਸਤੇ ਗੁਰੂ ਨਾਨਕ ਦੇਵ ਜੀ ਤੋਂ ਲਾ ਕੇ 10ਵੇਂ ਪਾਤਸ਼ਾਹ ਤੱਕ ਸਿੱਖ ਬਣਾਉਣ ਲਈ ਕਿੰਨਾ ਜ਼ੋਰ ਲਾਇਆ। 9 ਪਾਤਸ਼ਾਹੀਆਂ ਨੇ ਕਿੰਨਾ ਜ਼ੋਰ ਲਾਇਆ, ਬੜੀ ਮਿਹਨਤ ਨਾਲ ਇੱਕ ਸਿੱਖ ਜਿਹੜਾ ਤਿਆਰ ਕੀਤਾ, ਅਤੇ ਸਿੱਖ ਤਿਆਰ ਕਰਕੇ ਅਤੇ ਸਿੱਖ ਦੀ ਆਵਾਜ਼ ਮਾਰੀ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸੀਸ ਦੀ ਲੋੜ ਹੈ। ਉਦੋਂ ਬਾਅਦ ਅੰਮ੍ਰਿਤ ਦੀ ਦਾਤ ਦਿੱਤੀ, ਅਤੇ ਅੰਮ੍ਰਿਤ ਦੀ ਦਾਤ ਦੇ ਕੇ, ਅਤੇ ਜੇ ਗੁਰੂ ਸਾਹਿਬ ਅੱਜ ਇਹ ਕਹਿ ਰਹੇ ਆ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ, ਅਤੇ ਥੋੜ੍ਹਾ ਜਿਹਾ ਸਾਨੂੰ ਖੜ੍ਹੇ ਹੋ ਕੇ ਸੋਚਣਾ ਪਊਗਾ ਵੀ ਗੁਰੂ ਸਾਹਿਬ ਇੰਨੀ ਗੱਲ ਕਿਉਂ ਕਹੀ। ਅੱਜ ਤਾਂ ਸਾਡੇ ਵੀਰ ਜਿਹੜੇ ਕੰਨਾਂ 'ਚ ਮੁਤਰੀਆਂ ਵੀ ਪਾਈਆਂ, ਸ਼ਰਾਬਾਂ ਵੀ ਪੀ ਲੈਂਦੇ ਆ, ਕੇਸ ਦਾੜੀ ਵੀ ਕਤਲ ਕੀਤੇ ਆ, ਅਤੇ ਉਹ ਵੀ ਕਹਿੰਦੇ ਅਸੀਂ ਸੱਚੇ ਸਿੱਖ ਹਾਂ, ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ। ਬੜੇ ਬੜੇ ਗਾਣੇ ਵੀ ਤੁਸੀਂ ਸੁਣੇ ਆ, ਬੜੇ ਬੜੇ ਲੋਕਟ ਵੀ ਆਪਣੇ ਪਾਏ ਹੁੰਦੇ ਆ, ਖੰਡੇ ਵਾਲੇ ਪਾਏ ਹੁੰਦੇ ਆ, ਕਈਆਂ ਨੇ ਤਾਂ ਕਢਵਾਏ ਵੀ ਹੁੰਦੇ ਆ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਜੇ ਇਹ ਗੱਲ ਕਹੀ ਅਤੇ ਇਹਦੇ ਪਿੱਛੇ ਬਹੁਤ ਵੱਡਾ ਰਾਜ ਹੋਊਗਾ, ਜਿਹੜੀ ਉਹਨਾਂ ਨੇ ਇਹ ਗੱਲ ਕਹੀ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨੇ। ਕਿਉਂਕਿ ਰਹਿਤ ਜਿਹੜੀ ਆ ਉਹ ਕਰਮ ਆ,
ਕਰਮ ਆ ਕਿ ਸਿੱਖ ਨੇ ਕੀ ਕਰਨਾ ਹੈ, ਕਿਰਤ ਕਰਨੀ ਆ, ਨਾਮ ਜਪਣਾ, ਵੰਡ ਕੇ ਛਕਣਾ, ਇਹ ਸਿੱਖ ਦੇ ਕਰਮ ਆ। ਤੇ ਜਿਹੜਾ ਸਿੱਖ ਇਹ ਕਰਮ ਨਹੀਂ ਕਰਦਾ, ਇਹਦਾ ਮਤਲਬ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਉਹ ਮੇਰਾ ਸਿੱਖ ਨਹੀਂ ਗਾ। ਜਿਹੜਾ ਕਿਰਤ ਨਹੀਂ ਕਰਦਾ, ਨਾਮ ਨਹੀਂ ਜਪਦਾ, ਵੰਡ ਛਕਦਾ। ਦੂਸਰੇ ਪਾਸੇ ਜਦੋਂ ਖੰਡੇ ਬਾਟੇ ਦੀ ਪਹੁਲ ਦਿੱਤੀ, ਉਹਨਾਂ ਨੇ ਕਿਹਾ 5 ਜਿਹੜੀਆਂ ਰਹਿਤਾਂ ਰੱਖਣੀਆਂ, 5 ਬਾਣੀਆਂ ਪੜ੍ਹਨੀਆਂ, ਬਜਟ ਕਰਾਤਾਂ ਤੋਂ ਬਚ ਕੇ ਰਹਿਣਾ। ਜਿਹੜਾ ਬੰਦਾ ਨਿਤਨੇਮ ਨਹੀਂ ਕਰਦਾ, ਬਾਣੀਆਂ ਨਹੀਂ ਪੜ੍ਹਦਾ, ਉਹਦੇ ਭਾਣੇ ਵਿੱਚ ਨਹੀਂ ਰਹਿੰਦਾ, ਉਹ ਕਿਰਤ ਨਹੀਂ ਕਰਦਾ, ਉਹ ਨਾਮ ਨਹੀਂ ਜਪਦਾ, ਉਹ ਵੰਡ ਨਹੀਂ ਛਕਦਾ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਉਹ ਮੇਰਾ ਸਿੱਖ ਨਹੀਂ ਹੋ ਸਕਦਾ। ਅਸਲ ਮਸਲਾ ਇਹ ਹੈ ਵੀ ਜੋ ਕਰਮ ਆ ਤੁਹਾਡਾ ਸਮੇਂ ਦੇ ਹਿਸਾਬ ਦੇ ਨਾਲ, ਉਹ ਤੁਸੀਂ ਕਰਮ ਕਰਨਾ। ਜਦੋਂ ਤੁਸੀਂ ਉਹ ਕਰਮ ਕਰੋਗੇ ਤਾਂ ਉਹ ਸਾਡਾ ਧਰਮ ਬਣੂਗਾ। ਜਦੋਂ ਉਹ ਤੁਹਾਡਾ ਧਰਮ ਬਣੂਗਾ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਉਹ ਜਿਹੜਾ ਆ ਉਹ ਮੇਰਾ ਪੁੱਤ ਆ, ਉਹ ਮੇਰਾ ਆਪਣਾ ਰੂਪ ਆ, ਉਹਦੇ ਵਿੱਚ ਤੇ ਮੇਰੇ ਵਿੱਚ ਕੋਈ ਭੇਦ ਨਹੀਂ। ਇੰਨਾ ਫਰਕ ਜਿਹੜਾ ਸਿਰਫ ਇੰਨੀ ਗੱਲ ਦੇ ਉੱਤੇ ਆ ਜਾਂਦਾ ਕਿ ਚੰਗੇ ਕਰਮ ਕਮਾਉਣ ਦੇ ਨਾਲ ਇੱਕ ਚੰਗਾ ਧਰਮ ਪੈਦਾ ਹੁੰਦਾ, ਚੰਗੇ ਧਰਮ ਦੇ ਨਾਲ ਇੱਕ ਚੰਗਾ ਧਰਮੀ ਪੈਦਾ ਹੁੰਦਾ। ਅਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਉਹ ਮੇਰਾ ਪੁੱਤ ਆ। ਅਤੇ ਉਸ ਪੁੱਤ ਨੂੰ ਫਿਰ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਦੇ ਲੜ ਲਾਇਆ। ਤਾਂ ਉਹਨਾਂ ਨੇ ਕਿਹਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨੇ। ਆਓ ਗੁਰੂ ਮਹਾਰਾਜ ਕਰੇ ਸਾਡੇ ਉੱਤੇ ਬਖਸ਼ਿਸ਼ ਕਰੇ, ਕਿਰਪਾ ਕਰੇ, ਅਸੀਂ ਉਸ ਗੁਰੂ ਗੋਬਿੰਦ ਸਿੰਘ ਦੇ ਇਸ ਬਚਨਾਂ ਦੇ ਪਾਤਰ ਬਣ ਜਾਈਏ, ਅਸੀਂ ਉਹਨਾਂ ਦੇ ਲੜ ਲੱਗ ਜਾਈਏ, ਸਾਨੂੰ ਗੁਰੂ ਸਾਹਿਬ ਪਿਆਰ ਕਰਨ ਲੱਗ ਪੈਣ, ਸਾਡੇ ਵਿੱਚੋਂ ਰਹਿਤ ਆ ਜਾਵੇ। ਇਹ ਜੋ ਆਪ ਜੀ ਨਾਲ ਵਿਚਾਰ ਕੀਤੇ ਹਨ ਇਸ ਵਿਸ਼ੇ 'ਤੇ, ਜ਼ਰੂਰੀ ਨਹੀਂ ਉਹ ਠੀਕ ਹੋਣ, ਜ਼ਰੂਰੀ ਨਹੀਂ ਉਹ ਚੰਗੇ ਹੋਣ, ਜੋ ਚੰਗਾ ਲੱਗੇ ਜ਼ਰੂਰ ਆਪ ਜੀ ਨੇ ਰੱਖਣਾ ਆਪਣੇ ਕੋਲ। ਜੇ ਕੋਈ ਮਾੜਾ ਲੱਗੇ ਦਾਸ ਦੀ ਝੋਲੀ ਵਿੱਚ ਪਾ ਜਾਣਾ। ਦਾਸ ਨੂੰ ਤੁਸੀਂ ਦੱਸ ਸਕਦੇ ਹੋ ਗੁਰਦਾਸ ਸਿੰਘ ਤੁਸੀਂ ਇੱਥੇ ਗਲਤ ਬੋਲੇ ਆ, ਜਾਂ ਇੱਥੋਂ ਤੁਹਾਡੀ ਗਲਤੀ ਹੈ, ਇੱਥੋਂ ਇੱਦਾਂ ਨਹੀਂ, ਇੱਦਾਂ ਹੋਣੀ ਚਾਹੀਦੀ ਹੈ। ਮੈਂ ਉਹਦਾ ਬਹੁਤ ਜ਼ਿਆਦਾ ਸਤਿਕਾਰ ਕਰਾਂਗਾ ਜਿਹੜਾ ਮੇਰਾ ਵੀਰ ਮੈਨੂੰ ਇਸੇ ਤਰੀਕੇ ਨਾਲ ਦੱਸੇਗਾ। ਤੋ ਅੰਤ ਵਿੱਚ 1 ਮਿੰਟ ਵਾਸਤੇ ਆਪਾਂ ਸਿਮਰਨ ਕਰਦੇ ਹਾਂ ਅਤੇ ਸਮਾਪਤੀ ਕਰਦੇ ਹਾਂ। ਵਾਹਿਗੁਰੂ 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 ਵਾਹਿਗੁਰੂ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੇਰਾ ਸ਼ੁਕਰ ਹੈ, ਤੇਰਾ ਸ਼ੁਕਰ ਹੈ, ਤੇਰਾ ਸ਼ੁਕਰ ਹੈ, ਤੇਰਾ ਸ਼ੁਕਰ ਹੈ, ਤੇਰਾ ਸ਼ੁਕਰ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।